15 ਦਿਨਾਂ ਬਾਅਦ ਮੇਰੇ ਹਸਬੈਂਡ ਦਾ ਜਿਹੜਾ ਸਟੰਟ ਸੀ ਉਹ ਪੂਰੀ ਤਰ੍ਹਾਂ 100% ਬਲੌਕ ਹੋ ਗਿਆ। ਇਹ ਹਜ਼ਾਰਾਂ ਚੋਂ ਕਿਸੇ ਇੱਕ ਬੰਦੇ ਨਾਲ ਇਹੋ ਜਿਹੀ ਚੀਜ਼ ਹੁੰਦੀ ਹੈ ਤੇ ਉਹ ਸਾਡੇ ਨਾਲ ਹੋਈ। ਬਾਕੀ ਜ਼ਿੰਦਗੀ 'ਚ ਬਹੁਤ ਵਾਰੀ ਐਵੇਂ ਵੀ ਹੁੰਦਾ ਕਿ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਕੋਈ ਚੀਜ਼ ਪਾਉਣ ਲਈ, ਪਰ ਉਹ ਤੁਹਾਨੂੰ ਨਹੀਂ ਮਿਲਦੀ। ਤੇ ਕਈ ਵਾਰੀ ਕੋਈ ਐਸੀ ਚੀਜ਼ ਵੀ ਹੁੰਦੀ ਹੈ ਕਿ ਤੁਸੀਂ ਆਰਾਮ ਨਾਲ ਘਰੇ ਬੈਠੇ ਹੁੰਦੇ ਹੋ ਤੇ ਝੋਲੀ 'ਚ ਤੁਹਾਡੇ ਆ ਡਿੱਗਦੀ। ਮੈਂ ਉਹਨਾਂ ਨੂੰ ਕਹਿੰਦੀ ਸੀ, ਨਹੀਂ ਪ੍ਰੀਤ, ਤਾਲਾ ਤੁਸੀਂ ਲਾ ਕੇ ਜਾਓਗੇ ਘਰ ਨੂੰ ਤੇ ਆ ਕੇ ਇਹ ਤਾਲਾ ਤੁਸੀਂ ਹੀ ਖੋਲੋਗੇ। ਮੈਂ ਡੱਬਾ ਇੰਝ ਖੋਲਿਆ, ਉਹਨਾਂ ਨੇ ਇੱਕ ਪੀਸ ਚੁੱਕਿਆ। ਉਹ ਪੀਸ ਚੁੱਕ ਕੇ ਡਾਕਟਰ ਨੇ ਮੈਨੂੰ ਕਿਹਾ, ਕਹਿੰਦੇ ਮੈਮ ਤੁਹਾਨੂੰ ਪਤਾ ਹੈ ਤੁਹਾਡੇ ਹਸਬੈਂਡ ਅਜੇ ਵੀ ਸੀਰੀਅਸ ਨੇ? ਮੈਂ ਕਿਹਾ ਬਿਲਕੁਲ ਪਤਾ ਹੈ। ਹਾਲੇ ਵੀ ਉਹ ਖਤਰੇ ਤੋਂ ਬਾਹਰ ਨਹੀਂ ਹੈ? ਮੈਂ ਕਿਹਾ ਜੀ ਬਿਲਕੁਲ ਪਤਾ ਹੈ। ਮੈਂ ਕਿਹਾ ਪਰ ਇੱਕ ਗੱਲ ਮੈਨੂੰ ਨਾਲ ਹੋਰ ਪਤਾ ਹੈ। ਕਹਿੰਦੇ ਉਹ ਕੀ? ਮੈਂ ਕਿਹਾ ਉਹ ਇਹ ਕਿ ਮੇਰੇ ਹਸਬੈਂਡ ਅੱਜ ਜ਼ਿੰਦਾ ਨੇ ਤੇ ਅੱਜ ਮੇਰੇ ਬੇਟੇ ਦਾ ਜਨਮ ਦਿਨ ਹੈ। ਅਗਲਾ ਜਨਮ ਦਿਨ ਸਾਡੇ ਲਈ ਜ਼ਿੰਦਗੀ 'ਚ ਕੋਈ ਮਾੜਾ ਵਕਤ ਆਵੇ ਉਦੋਂ ਘਬਰਾਉਣਾ ਨਹੀਂ, ਉਦੋਂ ਤੁਸੀਂ ਬੈਠ ਕੇ ਰੋਣਾ ਨਹੀਂ, ਉਦੋਂ ਤੁਸੀਂ ਬੈਠ ਕੇ ਇਹ ਸੋਚਣਾ ਹੈ ਕਿ ਇਹਦਾ ਮੈਂ ਹੱਲ ਕੀ ਕਰ ਸਕਦਾ, ਇਹਦੇ ਲਈ ਮੈਂ ਕੋਸ਼ਿਸ਼ ਕੀ ਕਰ ਸਕਦਾ। ਅੱਜ ਦੇ ਯੁੱਗ ਦੇ ਵਿੱਚ ਹੱਸਦਿਆਂ ਨਾਲ ਸਾਰੇ ਹੱਸਦੇ ਆ, ਰੋਂਦਿਆਂ ਨਾਲ ਕੋਈ ਰੋਂਦਾ ਨਹੀਂ। ਪਰ ਵਾਹਿਗੁਰੂ ਨੂੰ ਇਹ ਜ਼ਰੂਰ ਕਿਹਾ ਕਿ ਪਰਮਾਤਮਾ ਜਾਂ ਫਿਰ ਹੁਣ ਇਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦਿਓ। ਤੇ ਉਸ ਗੱਲ ਲਈ ਮੈਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਸੀ। ਸ਼ਾਇਦ ਇਹ ਗੱਲ ਕਿਸੇ ਦੇ ਦਿਲ ਨੂੰ ਚੁਭੇ ਕਿ ਇੱਜ਼ਤ ਗਵਾਉਣ ਨੂੰ ਤੇ 1 ਮਿੰਟ ਲੱਗਦਾ, 1 ਸੈਕਿੰਡ ਵੀ ਨਹੀਂ ਲੱਗਦਾ, ਪਰ ਜਿਹੜੀ ਇੱਜ਼ਤ ਕਮਾਉਣੀ ਆ ਉਹ ਬਹੁਤ ਔਖੀ ਆ। ਇੱਜ਼ਤ ਦਾ ਘਰ ਬਹੁਤ ਦੂਰ ਆ। ਪਰਿਵਾਰਕ ਚਿਹਰਿਆਂ ਤੋਂ ਨਕਾਬ ਜ਼ਰੂਰ ਉਤਰੇ, ਠੀਕ ਹੈ। ਬਹੁਤ ਚੀਜ਼ਾਂ ਮੈਨੂੰ ਐਵੇਂ ਦੀਆਂ ਮੇਰੇ ਸਾਹਮਣੇ ਆਈਆਂ ਕਿ ਇਹ ਵੀ ਕਿਹਾ ਗਿਆ ਕਿ ਇਹ ਤਾਂ ਐਵੇਂ ਹੀ ਹਸਪਤਾਲ 'ਚ ਲੈ ਕੇ ਬੈਠੀ ਆ, ਉਹਦੇ 'ਚ ਹੈ ਤੇ ਕੁਛ ਹੈ ਨਹੀਂ। ਮੈਂ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹਾਂ ਤੇ ਬਹੁਤ ਸੰਤੁਸ਼ਟ ਹਾਂ, ਪਰ ਇਹ ਨਹੀਂ ਹੈਗਾ ਕਿ ਤੁਸੀਂ ਸੰਤੁਸ਼ਟ ਨੂੰ ਇਹ ਨਾ ਸਮਝ ਲਿਓ ਕਿ ਅੱਗੇ ਵਧਣ ਦੀ ਚਾਹ ਨਹੀਂ ਹੈਗੀ। ਇੱਕ ਕਿਰਦਾਰ ਬਣਾ ਕੇ ਰੱਖੋ, ਠੀਕ ਹੈ। ਦਬ ਕੇ ਵੀ ਨਾ ਰਹੋ ਤੇ ਕਿਸੇ ਨੂੰ ਦਬਾ ਕੇ ਵੀ ਨਾ ਰੱਖੋ। ਨਾ ਡਰਨਾ ਤੇ ਨਾ ਡਰਾਉਣਾ ਤੇ ਖੁਸ਼ ਰਹਿਣਾ, ਹਾਸੇ ਵੰਡੋ। बस फिर एक ही गल कहनी है कि जिंदगी जिंदा दिली का नाम है, मुर्दा दिल का खाक जिया करते हैं। लव यू जिंदगी देख रहे सारे दर्शकों का स्वागत है। दोस्तों, हम सफ़र ਉਹ ਸ਼ਖਸ ਹੁੰਦਾ ਹੈ ਜਿਸ ਦੇ ਨਾਲ ਸੁਪਨੇ ਵੇਖੇ ਜਾਂਦੇ ਨੇ, ਚਾਅ ਪੂਰੇ ਕੀਤੇ ਜਾਂਦੇ ਨੇ, ਦੁੱਖ ਸੁੱਖ ਦੇ ਵਿੱਚ ਸਾਥ ਦਿੱਤਾ ਜਾਂਦਾ ਹੈ। ਪਰ ਕਈ ਵਾਰ ਕਈ ਲੋਕ ਅਜਿਹੇ ਹੁੰਦੇ ਹਨ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਅਜਿਹਾ ਔਖਾ ਸਮਾਂ ਵੇਖਦੇ ਨੇ ਜਦੋਂ ਉਹਨਾਂ ਦਾ ਹਮਸਫ਼ਰ ਉਹਨਾਂ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਦਿੰਦਾ ਹੈ। ਕੁਝ ਲੋਕ ਘਬਰਾ ਜਾਂਦੇ ਨੇ, ਕੁਝ ਲੋਕ ਨਵੇਂ ਹਮਸਫ਼ਰ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੰਦੇ ਨੇ, ਪਰ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜੋ ਦੂਜਿਆਂ ਦੇ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੰਦੇ ਨੇ, ਆਪਣੇ ਬੱਚਿਆਂ ਦੇ ਲਈ, ਆਪਣੇ ਪਰਿਵਾਰ ਦੇ ਲਈ ਤੇ ਆਪਣੇ ਸਮਾਜ ਦੇ ਲਈ, ਤੇ ਦੂਜਿਆਂ ਦੇ ਲਈ ਉਹ ਮਿਸਾਲ ਬਣ ਜਾਂਦੇ ਨੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਸ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਉਹ ਅਜਿਹੀ ਹੀ ਸ਼ਖਸੀਅਤ ਦੀ ਮਾਲਕ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮੈਡਮ ਪੰਮੀ ਸਿੱਧੂ ਦੀ। ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜੀ ਆਇਆਂ ਨੂੰ, ਔਰ ਧੰਨਵਾਦ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਜੀ। ਮੈਡਮ, ਸਭ ਤੋਂ ਪਹਿਲਾਂ ਜਦੋਂ ਵੀ ਅਸੀਂ ਤੁਹਾਨੂੰ ਵੇਖਦੇ ਹਾਂ ਤਾਂ ਤੁਸੀਂ ਜ਼ਿੰਦਾ ਦਿਲੀ ਦੀ ਮਿਸਾਲ ਲੱਗਦੇ ਹੋ। ਤੁਹਾਡੇ ਚਿਹਰੇ 'ਤੇ ਹਮੇਸ਼ਾ ਇੱਕ ਮੁਸਕਰਾਹਟ ਰਹਿੰਦੀ ਹੈ। ਅਜਿਹਾ ਨਹੀਂ
ਕਿ ਤੁਹਾਡੀ ਜ਼ਿੰਦਗੀ ਵਿੱਚ ਉਤਾਰ ਚੜ੍ਹਾਅ ਨਹੀਂ ਆਏ, ਜਿਵੇਂ ਕਿ ਅਸੀਂ ਪਹਿਲਾਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਹਾ ਹੈ ਕਿ ਤੁਹਾਡੇ ਹਮਸਫ਼ਰ ਵੀ ਹਮੇਸ਼ਾ ਦੇ ਲਈ ਤੁਹਾਡੇ ਤੋਂ ਦੂਰ ਚਲੇ ਗਏ। ਹੋਰ ਵੀ ਬਹੁਤ ਸਾਰੀਆਂ ਮੁਸੀਬਤਾਂ ਆਈਆਂ, ਪਰ ਇਸ ਚਿਹਰੇ ਦੀ ਮੁਸਕਰਾਹਟ ਦੇ ਪਿੱਛੇ ਰਾਜ ਕੀ ਹੈ? ਦੇਖੋ, ਮੈਨੂੰ ਲੱਗਦਾ ਹੈ ਕਿ ਜਿਸ ਦਿਨ ਸਾਡੀ ਮੁਸਕਰਾਹਟ ਚਲੀ ਗਈ ਤਾਂ ਸਮਝ ਲਓ ਉਸ ਦਿਨ ਅਸੀਂ ਜ਼ਿੰਦਗੀ ਜੀਣੀ ਛੱਡ ਦਿੱਤੀ ਜੀ। ਮੁਸਕਰਾਹਟ ਹੀ ਹੈ ਚਿਹਰੇ ਦੀ ਜਿਹੜੀ ਸਭ ਨੂੰ ਤੁਹਾਡੇ ਨਜ਼ਦੀਕ ਲੈ ਕੇ ਆਉਂਦੀ ਹੈ। ਸਾਰੇ ਤੁਹਾਨੂੰ ਪਿਆਰ ਕਰਦੇ ਨੇ, ਸਾਰੇ ਤੁਹਾਨੂੰ ਮਿਲਣਾ ਚਾਹੁੰਦੇ ਨੇ, ਅਤੇ ਅਦਰਵਾਈਜ਼ ਅੱਜ ਦੇ ਯੁੱਗ ਦੇ ਵਿੱਚ ਹੱਸਦਿਆਂ ਨਾਲ ਸਾਰੇ ਹੱਸਦੇ ਆ, ਰੋਂਦਿਆਂ ਨਾਲ ਕੋਈ ਰੋਂਦਾ ਨਹੀਂ। ਅਤੇ ਦੂਸਰਾ, ਜਿੰਨੀ ਵੀ ਤੁਹਾਡੀ ਜ਼ਿੰਦਗੀ ਬਚੀ ਹੋਵੇ ਅਤੇ ਮੈਨੂੰ ਇਹ ਲੱਗਦਾ ਕਿ ਉਹ ਤੁਹਾਨੂੰ ਲੋਕਾਂ ਦੇ, ਆਪਣੇ ਪਰਿਵਾਰ ਦੇ, ਆਪਣੇ ਭੈਣ ਭਰਾਵਾਂ ਦੇ ਲੇਖੇ ਲਾਉਣੀ ਚਾਹੀਦੀ ਹੈ। ਅਤੇ ਮੇਰੇ ਲਈ ਤਾਂ ਸਭ ਤੋਂ ਖੁਸ਼ੀ ਦਾ ਪਲ ਉਹ ਹੁੰਦਾ ਹੈ ਜਦੋਂ ਮੈਂ ਕਿਸੇ ਦੂਸਰੇ ਦੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਉਂਦੀ ਹਾਂ। ਜੀ ਮੈਡਮ, ਦੱਸੋ ਕਿ ਜਦੋਂ ਤੁਸੀਂ ਆਪਣੇ ਹਮਸਫ਼ਰ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ, ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਸੀ, ਉਹਨਾਂ ਦੀ ਸਥਿਤੀ ਵੀ ਕ੍ਰਿਟੀਕਲ ਹੋ ਗਈ, ਤੁਸੀਂ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਸਥਿਰ ਕਿਵੇਂ ਰੱਖਦੇ ਸੀ? ਦੇਖੋ, ਮੈਂ ਕੋਈ 1-2 ਦਿਨ 'ਤੇ ਹਸਪਤਾਲ ਨਹੀਂ ਗਈ ਹੈ ਨਾ। ਮੈਂ ਤਾਂ ਪੂਰੀ ਜ਼ਿੰਦਗੀ ਮੈਂ ਇਹ ਕਹਿ ਸਕਦੀ ਹਾਂ ਕਿ ਮੈਂ ਹਸਪਤਾਲਾਂ ਦੇ ਹੀ ਚੱਕਰਾਂ 'ਚ ਕੱਟੀ ਹੈ। ਮੇਰੇ ਹਸਬੈਂਡ ਨੂੰ, ਸਾਡੇ ਵਿਆਹ ਨੂੰ 2 ਸਾਲ ਹੋਏ ਸੀ, ਅਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਬਲੱਡ ਪ੍ਰੈਸ਼ਰ ਹੋ ਗਿਆ। 2 ਸਾਲ ਬਾਅਦ ਹੀ ਹਾਰਟ ਅਟੈਕ ਹੋ ਗਿਆ ਸੀ, ਐਂਡ ਬਹੁਤ ਮੈਸਿਵ, ਜਿਹਨੂੰ ਆਪਾਂ ਕਹਿੰਦੇ ਹਾਂ ਮੈਸਿਵ ਹਾਰਟ ਅਟੈਕ ਸੀ ਜੀ। ਅਤੇ ਉਦੋਂ ਵੀ ਮੈਨੂੰ ਡਾਕਟਰਸ ਨੇ ਉੱਥੇ ਕਿਹਾ ਸੀਗਾ ਕਿ 72 ਘੰਟੇ ਅਸੀਂ ਕੁਛ ਨਹੀਂ ਕਹਿ ਸਕਦੇ, 72 ਘੰਟੇ ਦੇ ਅੰਦਰ ਅੰਦਰ ਕੁਛ ਵੀ ਹੋ ਸਕਦਾ। ਪਰ ਉਸ ਵੇਲੇ ਮੇਰੇ ਮਦਰ ਫਾਦਰ ਵੀ ਜ਼ਿੰਦਾ ਸੀਗੇ, ਅਤੇ ਮੈਂ ਪਰ ਜਦੋਂ ਹਰ ਰੋਜ਼ ਸਵੇਰੇ ਘਰ ਆਉਣਾ, ਘਰ ਆ ਕੇ ਮੈਂ ਤਿਆਰ ਹੋਣਾ ਬਾਕਾਇਦਾ, ਜਿਸ ਤਰ੍ਹਾਂ ਕੋਈ ਘਰ 'ਚ ਕੋਈ ਲੇਡੀ ਤਿਆਰ ਹੁੰਦੀ ਹੈ, ਆਪਣੀ ਲਿਪਸਟਿਕ, ਬਿੰਦੀ, ਸਾਰਾ ਕੁਛ ਮੈਂ ਲਗਾ ਕੇ ਜਾਣਾ। ਮਤਲਬ ਮੇਰੇ ਦਿਮਾਗ 'ਚ ਇਹ ਹੁੰਦਾ ਸੀ ਕਿ ਮੇਰੇ ਹਸਬੈਂਡ ਨੂੰ ਕਦੇ ਵੀ ਇਹ ਨਹੀਂ ਲੱਗਣਾ ਚਾਹੀਦਾ ਕਿ ਮੈਂ ਬਿਮਾਰ ਹਾਂ ਜਾਂ ਮੈਂ ਕੋਈ ਇੰਨੀ ਸੀਰੀਅਸ ਕੰਡੀਸ਼ਨ ਹੈ ਕਿ ਮੇਰੀ ਵਾਈਫ ਤਾਂ ਰੁਲੀ ਫਿਰਦੀ ਹੈ। ਅਤੇ ਜਦੋਂ ਮੇਰੇ ਪੇਰੈਂਟਸ ਮੇਰੇ ਹਸਬੈਂਡ ਨੂੰ ਦੇਖਣ ਆਏ ਹੌਸਪੀਟਲ, ਤਾਂ ਮੇਰੇ ਫਾਦਰ ਨੇ ਤਾਂ ਮੈਨੂੰ ਕਿਹਾ ਵੀ ਬੇਟਾ ਪਰਮਾਤਮਾ 'ਤੇ ਵਿਸ਼ਵਾਸ ਰੱਖੋ, ਆਪਣੀਆਂ ਅੱਖਾਂ ਬੰਦ ਕਰਕੇ ਸੋਚ ਤੈਨੂੰ ਕੀ ਦਿਖਦਾ। ਅਤੇ ਮੈਨੂੰ ਕਦੇ ਵੀ ਨੈਗੇਟਿਵ ਥਾਟਸ ਐਵੇਂ ਨਹੀਂ ਆਉਂਦੇ ਕਿ ਮੈਂ ਨੈਗੇਟਿਵ ਸੋਚਾਂ। ਮੈਂ ਹਮੇਸ਼ਾ ਇਹ ਸੋਚਦੀ ਹੁੰਦੀ ਹਾਂ ਕਿ ਨਹੀਂ, ਅਸੀਂ ਜ਼ਿੰਦਗੀ ਦੇ ਅੰਤ ਤੱਕ ਲੜਨਾ ਅਤੇ ਜਿੱਤ ਸਾਡੀ ਹੋਏਗੀ। ਅਤੇ ਮੇਰੇ ਮਦਰ ਆਏ, ਮੇਰੇ ਮਦਰ ਦਾ ਸੁਭਾਅ ਥੋੜ੍ਹਾ ਸੀਗਾ ਕਿ ਜਿਵੇਂ ਲੇਡੀਜ਼ ਰੋਣਾ ਧੋਣਾ ਹੈ ਨਾ, ਅਤੇ ਮੈਂ ਆਪਣੇ ਮਦਰ ਨੂੰ ਇਹ ਕਿਹਾ ਸੀ ਕਿ ਜਿਹਨੇ ਰੋਣਾ ਉਹ ਬਾਹਰ ਬੈਠ ਕੇ ਰੋ ਲਓ, ਤੁਸੀਂ ਉਹਨਾਂ ਕੋਲ ਅੰਦਰ ਨਹੀਂ ਜਾਣਾ, ਜਿਹਨੇ ਅੰਦਰ ਜਾਣਾ ਉਹ ਅੰਦਰ ਜਾ ਕੇ ਰੋਏਗਾ ਨਹੀਂ। ਸੋ ਮੈਂ ਆਪਣੇ ਮਦਰ ਨੂੰ ਵੀ ਇਸ ਗੱਲੋਂ ਰੋਕਿਆ ਸੀ ਕਿ ਜੇ ਰੋਣਾ ਤਾਂ ਬਾਹਰ ਹੀ ਬੈਠੋ, ਫਿਰ ਤੁਸੀਂ ਉਹਨਾਂ ਨੂੰ ਮਿਲਣਾ ਨਹੀਂ, ਤਾਂ ਕਿ ਮੈਂ ਉਹਨਾਂ ਦਾ ਜਿਹੜਾ ਹੌਸਲਾ ਹੈ ਉਹ ਢਾਉਣਾ ਨਹੀਂ ਸੀ ਚਾਹੁੰਦੀ। ਉਸ ਤੋਂ ਬਾਅਦ ਫਿਰ ਮਤਲਬ ਜ਼ਿੰਦਗੀ ਨੇ ਚੱਲ ਸੋ ਚੱਲ ਹੀ ਰਿਹਾ। ਮੇਰਾ ਖਿਆਲ ਹੈ ਜੇ ਬਹੁਤਾ ਨਹੀਂ ਮੈਨੂੰ ਤਾਂ 50 ਤੋਂ 55 ਵਾਰ ਦੇ ਵਿੱਚ ਉਹ ਪੂਰੀ ਜ਼ਿੰਦਗੀ 'ਚ ਦਾਖਲ ਹੋਏ ਹੋਣਗੇ ਹੌਸਪੀਟਲ ਦੇ ਵਿੱਚ। ਪਰ ਉਹਨਾਂ ਨੇ, ਉਹ ਵੀ ਬੜੇ ਮਤਲਬ, ਉਹਨਾਂ ਦੀ ਵੀ ਮੈਂ ਦਾਤ ਦਿੰਦੀ ਹਾਂ, ਬੜੇ ਮਤਲਬ ਬੁਲੰਦ ਹੌਸਲੇ ਵਾਲੇ ਸੀਗੇ। ਉਹਨਾਂ ਨੂੰ ਕਦੇ ਉਹਨਾਂ ਨੇ ਇਹ ਨਹੀਂ ਸੀ ਕਿ ਵੀ ਕੀ ਹੋ ਗਿਆ ਹੈ ਨਾ। ਇੱਕ ਅੱਧੀ ਵਾਰੀ ਐਵੇਂ ਹੋਇਆ ਵੀ, ਪਰ ਮੈਂ ਉਹਨਾਂ ਨੂੰ ਕਹਿੰਦੀ ਸੀ ਨਹੀਂ ਪ੍ਰੀਤ, ਤਾਲਾ ਤੁਸੀਂ ਲਾ ਕੇ ਜਾਓਗੇ ਘਰ ਨੂੰ, ਅਤੇ ਆ ਕੇ ਇਹ ਤਾਲਾ ਤੁਸੀਂ ਹੀ ਖੋਲੋਗੇ, ਤਾਂ ਕਿ ਉਹਨਾਂ ਨੂੰ ਇੱਕ ਇਹ ਰਹੇ ਕਿ ਨਹੀਂ, ਮੈਂ ਜ਼ਿੰਦਾ ਵਾਪਸ ਆਪਣੇ ਘਰ ਮੁੜਨਾ। ਇੱਕ ਆਸ ਬੁਝਾ ਦਿੱਤੀ। ਬਿਲਕੁਲ। ਫਿਰ ਇੱਕ ਵਾਰੀ ਅਸੀਂ ਪ੍ਰੋਗਰਾਮ ਬਣਾਇਆ, ਮੇਰੇ ਮਦਰ ਇਨ ਲਾਅ ਨੂੰ ਮੈਂ ਕਿਹਾ ਕਿ ਵੀ ਮੰਮਾ ਅਸੀਂ ਘੁੰਮਣ ਜਾਣਾ ਚਾਹੁੰਦੇ ਹਾਂ। ਅਸੀਂ ਹਜ਼ੂਰ ਸਾਹਿਬ ਗਏ, ਮਾਊਂਟ ਆਬੂ ਗਏ, ਮਤਲਬ ਕਈ ਸਟੇਸ਼ਨਸ ਉਦੋਂ ਘੁੰਮੇ, ਜੈਪੁਰ ਵਗੈਰਾ। ਅਤੇ ਮੇਰੇ ਮਦਰ ਇਨ ਲਾਅ ਨੇ ਮੈਨੂੰ ਕਿਹਾ ਬੇਟਾ ਦੇਖ ਲਓ, ਕਿਉਂਕਿ ਪ੍ਰੀਤ ਬਿਮਾਰ ਰਹਿੰਦਾ, ਅਤੇ ਜੇ ਕੋਈ ਰਸਤੇ 'ਚ ਪ੍ਰੋਬਲਮ ਆ ਗਈ ਤਾਂ ਮੇਰਾ ਇਹ ਜਵਾਬ ਸੀ ਕਿ ਵੈਸੇ ਤਾਂ ਅਸੀਂ ਹਰ ਵੱਡੀ ਥਾਂ 'ਤੇ ਹੀ ਜਾਣਾ ਹੈਗਾ, ਹਰ ਸ਼ਹਿਰ ਦੇ ਵਿੱਚ ਮੈਡੀਕਲ ਫੈਸਿਲਿਟੀਜ਼ ਅਵੇਲੇਬਲ ਹੈ, ਪਰ ਇਨ ਕੇਸ ਜ਼ਿੰਦਗੀ 'ਚ ਅਗਰ ਆ ਲੱਗਣੀ ਹੈ ਅਤੇ ਫਿਰ ਉਹ ਘਰੇ ਵੀ ਆ ਲੱਗਣੀ ਹੈ। ਸੋ ਜਿਹੜੀ ਸਾਡੇ ਕੋਲ ਜ਼ਿੰਦਗੀ ਹੈਗੀ ਆ, ਅਸੀਂ ਇਹਨੂੰ, ਮੈਂ ਚਾਹੁੰਦੀ ਸੀ ਕਿ ਅਸੀਂ ਇਹਨੂੰ ਇੰਜੋਏ ਕਰੀਏ। ਅਗਰ ਦੁੱਖ ਆ ਗਿਆ, ਉਹ ਕਿੰਨਾ ਚਿਰ ਹੈ, ਤੁਹਾਡੀ ਜ਼ਿੰਦਗੀ ਕਿੰਨੀ ਦੇਰ ਹੈ, ਕਿਸੇ ਨੂੰ ਕੋਈ ਨਹੀਂ ਪਤਾ, ਪਰ ਮੈਨੂੰ ਇਹ ਸੀਗਾ ਕਿ ਜਿੰਨੀ ਵੀ ਜ਼ਿੰਦਗੀ ਹੈਗੀ ਆ ਉਹਦਾ ਅਸੀਂ ਆਨੰਦ ਮਾਣੀਏ। ਸੋ ਮੇਰੇ ਮੰਮਾ ਨੇ ਕਿਹਾ ਵੀ ਠੀਕ ਹੈ ਬੇਟਾ, ਕੋਈ ਗੱਲ ਨਹੀਂ, ਫਿਰ ਤੁਸੀਂ ਜਾਓ। ਉਸ ਤੋਂ ਬਾਅਦ ਇੱਕ ਵਾਰੀ ਅਸੀਂ
ਰਾਜਸਥਾਨ ਦਾ ਹੀ 10 ਦਿਨਾਂ ਦਾ ਮਤਲਬ 10 ਦਿਨ ਤੇ 5 ਸਟੇਸ਼ਨ ਅਸੀਂ ਘੁੰਮੇ। ਰਾਤ ਨੂੰ ਟਰੈਵਲ ਕਰਦੇ ਸੀ ਤੇ ਡੇ ਟਾਈਮ ਅਸੀਂ ਸਾਰੀ ਜਗ੍ਹਾ ਤੇ ਘੁੰਮਦੇ ਸੀਗੇ। ਸੋ ਐਵੇਂ ਦਾ ਵੀ ਦੌਰ ਰਿਹਾ। ਮਤਲਬ ਉਹ ਦੌਰ ਨੂੰ ਲੈ ਕੇ ਅਸੀਂ ਘਬਰਾਏ ਨਹੀਂ ਕਿ ਵੀ ਨਹੀਂ ਹੁਣ ਤਾਂ ਘਰੇ ਬੈਠ ਜਾਓ, ਹੁਣ ਤਾਂ ਇਹ ਬਿਮਾਰ ਹੈ। ਹਾਂ, ਖਾਣ ਪੀਣ ਦਾ ਜੋ ਤੁਹਾਨੂੰ ਪਰਹੇਜ਼, ਇਹ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਅਗਰ ਕੁਝ ਪਰਹੇਜ਼ ਤੁਹਾਨੂੰ ਦੱਸੇ ਜਾਂਦੇ ਨੇ ਤਾਂ ਉਹ ਜ਼ਰੂਰ ਕਰੋ, ਤਾਂ ਕਿ ਆਪਣੀ ਜ਼ਿੰਦਗੀ ਤੁਸੀਂ ਚੰਗੀ ਤਰ੍ਹਾਂ ਹੰਢਾ ਸਕੋ, ਹੈ ਨਾ। ਤਾਂ ਆਪਣੀ ਗਲਤੀ ਨਾਲ ਆਪਣੀ ਜ਼ਿੰਦਗੀ ਜਾਨ ਨਹੀਂ ਜਾਣੀ ਚਾਹੀਦੀ, ਉਹ ਜ਼ਰੂਰ ਚਾਹੀਦਾ। ਤੇ ਬਾਕੀ ਉਸ ਤੋਂ ਬਾਅਦ ਫਿਰ ਸਥਿਤੀ ਇਹ ਆਈ ਕਿ 2000 'ਚ ਬੇਟਾ ਪੈਦਾ ਹੋਇਆ, ਛੋਟਾ ਜਿਹਾ ਸੀ ਇਹ। 2002 ਦੇ ਵਿੱਚ ਇਹਨਾਂ ਦੀ ਸਟੰਟਿੰਗ ਹੋਈ ਸੀ। ਸੋ ਸਾਡੇ ਨਾਲ ਇੱਕ ਐਸਾ ਉਸ ਵੇਲੇ ਵੀ ਹਾਦਸਾ ਹੋਇਆ ਕਿ ਹਸਪੀਟਲ ਦੇ ਵਿੱਚ ਮਤਲਬ 15 ਦਿਨ ਜਦੋਂ ਇਹਨਾਂ ਦੀ ਸਟੰਟਿੰਗ ਹੋਈ ਤਾਂ ਡਾਕਟਰ ਨੇ ਕਿਹਾ ਸੀ 15 ਦਿਨਾਂ ਬਾਅਦ ਤੁਸੀਂ ਕਾਰ ਡਰਾਈਵ ਕਰ ਸਕਦੇ ਹੋ, ਮਤਲਬ ਸਾਰਾ ਕੁਝ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਪਰ 15 ਦਿਨਾਂ ਬਾਅਦ ਮੇਰੇ ਹਸਬੈਂਡ ਦਾ ਜਿਹੜਾ ਸਟੰਟ ਸੀ ਉਹ ਪੂਰੀ ਤਰ੍ਹਾਂ 100% ਬਲੌਕ ਹੋ ਗਿਆ। ਇਹ ਹਜ਼ਾਰਾਂ 'ਚੋਂ ਕਿਸੇ ਇੱਕ ਬੰਦੇ ਨਾਲ ਇਹੋ ਜਿਹੀ ਚੀਜ਼ ਹੁੰਦੀ ਹੈ ਤੇ ਉਹ ਸਾਡੇ ਨਾਲ ਹੋਈ। ਉਸ ਵੇਲੇ ਇਹੋ ਜਿਹੀ ਸਥਿਤੀ ਸੀ ਕਿ ਜ਼ਿੰਦਗੀ ਮੌਤ ਦੀ ਲੜਾਈ ਸੀ। ਅਸੀਂ ਗੱਡੀ, ਮੇਰੇ ਬੇਟੇ ਦਾ ਬਰਥਡੇ ਸੀ ਉਸ ਦਿਨ, ਮੇਰੇ ਹੱਥ 'ਚ ਕੇਕ ਸੀਗਾ ਤੇ ਮੇਰਾ ਬੇਟਾ ਮੇਰੇ ਪਿੰਡੋਂ ਆਏ ਹੋਏ ਸੀ, ਮੇਰੇ ਭਾਬੀ, ਉਹਨਾਂ ਨੇ ਚੁੱਕਿਆ ਹੋਇਆ ਸੀ ਤੇ ਮੈਂ ਮੇਰੇ ਹਸਬੈਂਡ ਦੇ ਨਾਲ ਅੱਗੇ ਬੈਠੀ ਸੀ ਕੇਕ ਲੈ ਕੇ। ਤਾਂ ਮੇਰੇ ਹਸਬੈਂਡ ਨੇ ਕਿਹਾ ਵੀ ਮੈਨੂੰ ਬਹੁਤ ਪੇਨ ਹੋ ਰਹੀ ਹੈ, ਮੈਨੂੰ ਗੋਲੀ ਦੇ। ਮੈਂ ਕੇਕ ਪਿੱਛੇ ਮੇਰਾ ਭਤੀਜਾ ਬੈਠਾ ਸੀ, ਉਹਨੂੰ ਫੜਾਇਆ। ਮਤਲਬ ਮੇਰੇ 'ਚ ਘਬਰਾਹਟ, ਸ਼ੀਸ਼ੀ ਵੀ ਨਹੀਂ ਉਹ ਖੁੱਲੀ ਤੇ ਇਹਨਾਂ ਨੇ ਇੱਕਦਮ ਆਪ ਹੀ ਸ਼ੀਸ਼ੀ ਖੋਲੀ, ਇੱਕ ਜੀਭ ਥੱਲੇ ਰੱਖੀ ਗੋਲੀ। ਪਰ ਮੈਂ ਘਬਰਾਈ ਨਹੀਂ। ਉਹਨਾਂ ਨੂੰ ਮੈਂ ਕਿਹਾ ਤੁਸੀਂ ਬੇਟੇ ਨੂੰ ਲੈ ਕੇ ਤੇ ਉੱਪਰ ਜਾਓ, ਕੇਕ ਵਗੈਰਾ ਉੱਪਰ ਲੈ ਜਾਓ। ਮੈਂ ਕਿਸੇ ਨੂੰ ਉੱਥੋਂ ਇਮੀਡੀਏਟਲੀ ਦੌੜ ਕੇ ਕਿਸੇ ਨੂੰ ਬੁਲਾਇਆ ਕਿ ਪਲੀਜ਼ ਸਾਡੀ ਗੱਡੀ ਡਰਾਈਵ ਕਰੋ ਤੇ ਸਾਨੂੰ ਹਸਪੀਟਲ ਲੈ ਜਾਓ। ਰਸਤੇ 'ਚੋਂ ਜਾਂਦਿਆਂ ਮੈਂ ਡਾਕਟਰਸ ਨੂੰ ਫੋਨ ਕੀਤੇ। ਡਾਕਟਰਸ ਮਤਲਬ ਸਾਡੇ ਜਾਂਦਿਆਂ ਨੂੰ ਗੇਟ ਖੁੱਲ੍ਹਾ, ਲਿਫਟ ਨੀਚੇ, ਸਟ੍ਰੈਚਰ, ਇਮੀਡੀਏਟਲੀ ਇਹਨਾਂ ਨੂੰ ਆਪਰੇਸ਼ਨ ਥੀਏਟਰ ਲੈ ਗਏ ਤੇ ਦੁਬਾਰਾ ਇਹਨਾਂ ਦਾ ਪ੍ਰੋਸੀਜਰ ਹੋਇਆ। ਸੋ ਉਹ ਵੀ ਇੱਕ ਜ਼ਿੰਦਗੀ, ਮਤਲਬ ਬਿਲਕੁਲ ਇੰਝ ਸੀ ਕਿ ਇੱਕ ਪਲ 'ਚ ਕੁਝ ਵੀ ਹੋ ਸਕਦਾ। ਪਰ ਉਦੋਂ ਵੀ ਹਿੰਮਤ ਨਹੀਂ ਹਾਰੀ ਕਿ ਨਹੀਂ, ਲੜਨਾ ਹੈ, ਜਦੋਂ ਤੱਕ ਜਾਨ ਹੈਗੀ ਆ ਉਦੋਂ ਤੱਕ ਤੇ ਲੜਨਾ। 2000 ਫਿਰ ਐਵੇਂ ਹੀ ਚੱਲਦਾ ਰਿਹਾ, ਕਦੀ ਕੁਝ ਘਾਟੇ ਵਾਧੇ ਮਤਲਬ ਜ਼ਿੰਦਗੀ 'ਚ ਚੱਲਦੇ ਰਹੇ। 2013 ਦੇ ਵਿੱਚ ਉਹਨਾਂ ਦੀ ਮਤਲਬ ਹਾਰਟ ਦੀ ਜਿਹੜੀ ਪੰਪਿੰਗ ਆ ਉਹ ਬਹੁਤ ਘੱਟ ਗਈ ਸੀ, ਠੀਕ ਹੈ, ਇਜੈਕਸ਼ਨ ਫ੍ਰੈਕਸ਼ਨ ਬਹੁਤ ਥੋੜੀ ਸੀ। ਤੇ ਡਾਕਟਰਸ ਨੇ ਕਿਹਾ ਕਿ ਇਹਨਾਂ ਦੇ ਇੱਕ ਡਿਵਾਈਸ ਪਏਗੀ AICD, ਉਹ ਇੱਥੇ ਕਰਕੇ ਇੱਕ ਗੋਲ ਜੀ ਇੰਨੀ ਕੁ ਵੱਡੀ ਡਿਵਾਈਸ, ਉਹ ਇੱਥੇ ਕਰਕੇ ਉਹਨਾਂ ਨੇ ਪਾਣੀ ਸੀਗੀ। ਸੋ ਮਤਲਬ ਪੈਸਾ ਵੀ ਬਹੁਤ ਲੱਗਦਾ ਸੀ ਕਿਉਂਕਿ 5.25 ਲੱਖ ਦੀ ਸਿਰਫ ਉਹ ਮਸ਼ੀਨ ਸੀ। 6 ਦਿਨ ਇਹ ਦਾਖਲ ਰਹੇ ਤੇ ਮੈਂ ਡਾਕਟਰ ਜਿਹੜੇ ਮੇਰੇ ਉੱਥੇ ਵਾਕਫ ਸੀਗੇ, ਇੱਕ ਡਾਕਟਰ ਮਲਿਕ, ਤੇ ਮੈਂ ਉਹਨਾਂ ਨੂੰ ਪੁੱਛਿਆ ਕਰਨਾ ਰੋਜ਼ ਜਾ ਕੇ, ਡਾਕਟਰ ਸਾਹਿਬ ਡਾਕਟਰ ਹਾਰਟ ਵਾਲੇ ਕਹਿ ਰਹੇ ਆ ਇਹਨਾਂ ਦੇ AICD ਪਏਗਾ। ਉਹਨਾਂ ਨੇ ਪਹਿਲਾਂ ਮੈਨੂੰ ਕੋਈ ਹਾਂ ਨਹੀਂ ਕੀਤੀ ਕਿਉਂਕਿ ਉਹ ਵੀ ਰੋਜ਼ ਮੇਰੇ ਹਸਬੈਂਡ ਨੂੰ ਮਿਲ ਕੇ ਆਉਂਦੇ ਸੀ। ਫਿਰ ਇੱਕ ਦਿਨ ਮੈਂ ਉਹਨਾਂ ਕੋਲੇ ਬੈਠ ਕੇ ਉਹਨਾਂ ਨੂੰ ਕਿਹਾ, ਮੈਂ ਕਿਹਾ ਡਾਕਟਰ ਸਾਹਿਬ ਵੀ ਮੈਂ ਅੱਜ ਤੁਹਾਡੇ ਨਾਲ ਇਸ ਗੱਲ ਦਾ ਪਰ ਨਿਰਣਾ ਕਰੀਏ। ਕਹਿੰਦੇ ਤੂੰ ਕੀ ਚਾਹੁੰਦੀ ਹੈ? ਮੈਂ ਕਿਹਾ ਜੀ ਮੈਂ ਤਾਂ ਕੁਛ ਨਹੀਂ ਚਾਹੁੰਦੀ, ਮੈਂ ਤਾਂ ਤੁਹਾਡੇ ਕੋਲੇ ਆਈ ਹਾਂ ਤੇ ਮੈਂ ਇਹ ਸੋਚ ਰਹੀ ਹਾਂ ਕਿ ਤੁਸੀਂ ਫੈਸਲਾ ਕਰੋ ਤੇ ਜਿਹੜਾ ਤੁਸੀਂ ਫੈਸਲਾ ਕਰੋਗੇ ਉਹ ਰੱਬ ਦਾ ਫੈਸਲਾ ਹੋਏਗਾ। ਮੈਂ ਤੇ ਇਸ ਵੇਲੇ ਇੱਕ ਐਸੇ ਐਜ ਤੇ ਖੜੀਆਂ, ਇੱਧਰ ਕਰਾਉਂਦੇ ਹਾਂ ਤਾਂ ਵੀ ਮਰਦੇ ਹਾਂ, ਜੇ ਨਹੀਂ ਕਰਾਉਂਦੇ ਤਾਂ ਵੀ ਮਰਦੇ ਹਾਂ। ਸੋ ਮੈਂ ਕਿਹਾ ਵੀ ਤੁਸੀਂ ਜੋ ਫੈਸਲਾ ਕਰੋਗੇ ਉਹ ਪ੍ਰਮਾਤਮਾ ਦਾ ਹੀ ਫੈਸਲਾ ਹੋਊਗਾ ਤੁਹਾਡੇ ਥਰੂ। ਕਹਿੰਦੇ ਚੱਲ ਮੈਨੂੰ ਟਾਈਮ ਦੇ। ਉਹਨਾਂ ਨੇ ਟਾਈਮ ਲਿਆ, ਸੋਚ ਕੇ ਕਰਵਾ ਕੇ ਸਾਰਾ ਕੁਝ ਕਰ ਦਿੱਤਾ। ਮੈਨੂੰ ਕਹਿੰਦੇ ਓਕੇ ਬਈ। ਉਹਨਾਂ ਨੇ ਸਾਰੀ ਐਕਚੁਅਲੀ ਡਾਕਟਰ ਨਾਲ ਮੀਟਿੰਗ ਕੀਤੀ, ਦੇਖਿਆ ਸਾਰਾ ਕੁਝ ਤੇ ਮੈਨੂੰ ਕਹਿੰਦੇ ਚਲੋ ਕਰਵਾ ਲਓ। ਆਪਾਂ ਉਹਨਾਂ ਦੇ AICD ਪਵਾਈ। ਉਹ 13 ਤਾਰੀਖ ਸੀ, 13/9/2013। ਮੇਰੇ ਹਸਬੈਂਡ ਨੂੰ ਵਹਿਮ ਵੀ ਸੀ ਥੋੜ੍ਹਾ ਜਿਹਾ 13 ਕਰਕੇ। ਮੈਂ ਉਹਨਾਂ ਨੂੰ ਉਸ ਵੇਲੇ ਵੀ ਮੇਰੇ ਹਸਬੈਂਡ ਨੂੰ ਇਹ ਕਿਹਾ ਕਿ ਤੁਸੀਂ 13/9/13 ਇਹ ਕਿਉਂ ਕਹਿੰਦੇ, ਤੁਸੀਂ 13/9/13 ਪਰਮਾਤਮਾ ਦੇ ਨਾਮ ਨੂੰ ਜਪੋ ਤੇ ਤੁਸੀਂ ਜ਼ਰੂਰ ਇਹਦੇ 'ਚੋਂ ਤੁਹਾਡੀ ਜਿੱਤ ਹਾਸਲ ਹੋਵੇਗੀ। ਤੇ ਅਗਲੇ ਦਿਨ 14 ਤਾਰੀਖ ਨੂੰ ਮੇਰੇ ਬੇਟੇ ਦਾ ਬਰਥਡੇ ਸੀਗਾ।
ਮੈਂ ਪਹਿਲਾਂ ਵੀ ਮਤਲਬ ਪੀਜੀਆਈ 'ਚ ਵੀ ਇੱਕ ਵਾਰੀ ਐਡਮਿਟ ਰਹੇ, ਮੈਂ ਉੱਥੇ ਇਹਨਾਂ ਦਾ ਜਨਮ ਦਿਨ ਵੀ ਮਨਾਇਆ, ਮੈਂ ਉੱਥੇ ਕਰਵਾ ਚੌਥ ਵੀ ਮਨਾਇਆ। ਪਰ ਇਹ ਸਭ ਤੋਂ ਜ਼ਿਆਦਾ ਕ੍ਰੂਸ਼ੀਅਲ ਟਾਈਮ ਸੀਗਾ, ਬੇਟੇ ਦਾ ਜਨਮ ਦਿਨ। ਮੈਂ ਬੇਟੇ ਨੂੰ ਅੰਦਰ ਭੇਜਿਆ, ਮਿਲ ਕੇ ਆਇਆ, ਫਿਰ ਮੈਂ ਗਈ ਅੰਦਰ। ਜਿਹੜੀਆਂ ਨਰਸਸ ਸੀ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਬੇਟਾ, ਉਹਨਾਂ ਨੇ ਮੇਰੇ ਹਸਬੈਂਡ ਨੂੰ ਮੁਬਾਰਕਾਂ ਦਿੱਤੀਆਂ ਕਿ ਤੁਹਾਡੇ ਬੇਟੇ ਦਾ ਬਰਥਡੇ ਹੈ। ਮੈਂ ਕਿਹਾ ਬੇਟਾ ਅੱਜ ਫਿਰ ਕੁਝ ਹੋ ਜਾਏ? ਕਹਿੰਦੇ ਹਾਂ ਆਂਟੀ ਹੋ ਜਾए। मैं क्या मीठा? तो कहते हाँ। मैं क्या फिर साथ में समोसा भी चाहिए होगा? हाँ जी कहते कुछ साउथ दियाँ गर्ल्स सीगियाँ उत्थे। ते मैं बाज़ार गई, मैं बर्फ़ी लई ते नाल मैं समोसे ले लए। आके मैं डॉक्टर तो पहला परमिशन ली इस गल दी, ਤੇ ਮੁੜ ਕੇ ਮੈਂ ਡਾਕਟਰ ਦੇ ਕਮਰੇ ਦੇ ਹੀ ਬਾਹਰ ਆ ਕੇ ਖੜੀ ਹੋ ਗਈ। ਮੈਂ ਡਾਕਟਰ ਨੂੰ ਮਿਠਾਈ ਦਾ ਡੱਬਾ ਅੰਦਰ, ਡਾਕਟਰ ਉੱਠ ਕੇ ਬਾਹਰ ਆਏ, ਮੈਨੂੰ ਅੰਦਰ ਲੈ ਗਏ, ਕਹਿੰਦੇ ਆ ਜਾਓ ਮੈਂ ਤੁਹਾਡਾ ਵੇਟ ਕਰ ਰਿਹਾ ਸੀ। ਤੇ ਮੈਂ ਡੱਬਾ ਇੰਜ ਖੋਲ੍ਹਿਆ, ਉਹਨਾਂ ਨੇ ਇੱਕ ਪੀਸ ਚੁੱਕਿਆ। ਉਹ ਪੀਸ ਚੁੱਕ ਕੇ ਡਾਕਟਰ ਨੇ ਮੈਨੂੰ ਕਿਹਾ, ਕਹਿੰਦੇ ਮੈਮ ਤੁਹਾਨੂੰ ਪਤਾ ਹੈ ਤੁਹਾਡੇ ਹਸਬੈਂਡ ਅਜੇ ਵੀ ਸੀਰੀਅਸ ਨੇ? ਮੈਂ ਕਿਹਾ ਬਿਲਕੁਲ ਪਤਾ ਹੈ, ਹਾਲੇ ਵੀ ਉਹ ਖਤਰੇ ਤੋਂ ਬਾਹਰ ਨਹੀਂ ਹੈ। ਮੈਂ ਕਿਹਾ ਜੀ ਬਿਲਕੁਲ ਪਤਾ ਹੈ। ਮੈਂ ਕਿਹਾ ਪਰ ਇੱਕ ਗੱਲ ਮੈਨੂੰ ਨਾਲ ਹੋਰ ਪਤਾ ਹੈ। ਕਹਿੰਦੇ ਉਹ ਕੀ? ਮੈਂ ਕਿਹਾ ਉਹ ਇਹ ਕਿ ਮੇਰੇ ਹਸਬੈਂਡ ਅੱਜ ਜ਼ਿੰਦਾ ਨੇ ਤੇ ਅੱਜ ਮੇਰੇ ਬੇਟੇ ਦਾ ਜਨਮ ਦਿਨ ਹੈ। ਅਗਲਾ ਜਨਮ ਦਿਨ ਸਾਡੇ ਲਈ ਕਿਹੋ ਜਿਹਾ ਆਏਗਾ ਸਾਨੂੰ ਨਹੀਂ ਪਤਾ, ਪਰ ਅੱਜ ਦਾ ਜਨਮ ਦਿਨ ਮੈਂ ਉਹਨਾਂ ਦੇ ਹੁੰਦਿਆਂ ਮਨਾਉਣਾ ਚਾਹੁੰਦੀ ਹਾਂ। ਤੇ ਡਾਕਟਰ ਨੇ ਮੈਨੂੰ ਕਿਹਾ ਸੀ ਹੈਟਸ ਆਫ ਟੂ ਯੂ कि मैम मैं तुहाडे कोलों जिंदगी च कुछ सिक्ख्या। फिर वो खुद मतलब CCU च जिथे कोई चीज़ इन्नी दाना भी ले जाना अलाउड नहीं हुंदा, मैनू नाल लैके गए सी खुद। तो मैं उत्थे बच्चों नूं उन्हां दी किचन दे विच वो सारा कुछ दे के आई, रख के आई। सो इस तरह दे होए मेरे नाल हादसे। सो सब तो ज़्यादा जिहड़ा खतरनाक सी फिर 2016 च जदों मेरे हसबैंड पूरे हुंदे आ। 14 दिन हॉस्पिटल च रहे, रोज़ का ਲੱਖਾਂ रुपए का खर्चा हो रहा सी। मैं पर जदों उन्हां नूं मिलन जांदी सी, मतलब मैं हमेशा जदों उन्हां दी स्थिति पहलां मतलब उन्हां नूं 10 वारी उन्हां दा हार्ट फेलियर होया, पर जिहड़ी वो मशीन सीगी ਉਹਦੇ ਕਰਕੇ ਉਹ ਹਾਰਟ ਨੂੰ ਰਿਵਾਈਵ ਕਰ ਦਿੰਦੀ ਸੀ। ਪਹਿਲਾਂ CCU ਚ ਰਹੇ, ਉੱਥੇ ਵੈਂਟੀਲੇਟਰ ਤੇ ਗਏ। ਡਾਕਟਰਸ ਨੇ ਮੈਨੂੰ ਬੁਲਾਇਆ ਕਿ ਦੱਸੋ ਮਤਲਬ ਸਾਨੂੰ ਕੁਝ ਨਜ਼ਰ ਨਹੀਂ ਆ ਰਿਹਾ ਵੀ ਮਤਲਬ ਹਾਰਟ ਬਾਰ-ਬਾਰ ਫੇਲ ਹੋ ਰਿਹਾ ਤੇ ਵੈਂਟੀਲੇਟਰ ਤੇ ਪਾ ਦਈਏ। ਮੈਂ ਕਿਹਾ ਜੀ ਜਦੋਂ ਆਪਸ਼ਨ ਹੀ ਨਹੀਂ, ਮੈਂ ਕਿਹਾ ਜੀ ਪਾ ਦਿਓ। ਉੱਥੋਂ ਉਹਨਾਂ ਦਾ ਜਿਹੜਾ ਵੈਂਟੀਲੇਟਰ ਸੀ ਉਤਰ ਗਿਆ। ਉਹ ਕਹਿੰਦੇ ਜੀ ਹੁਣ ਹਾਰਟ ਬਿਲਕੁਲ ਠੀਕ ਹੈ, ਹਾਰਟ ਬਿਲਕੁਲ ਸੇਫ ਹੈ ਤੇ ਹੁਣ ਤੁਸੀਂ ਇਹਨਾਂ ਨੂੰ ਦੂਜੀ ਜਿਹੜੇ ICU ਵਿੱਚ ਆਪਾਂ ਇਹਨਾਂ ਨੂੰ ਐਡਮਿਟ ਕਰਾਂਗੇ ਕਿਉਂਕਿ ਬ੍ਰੇਨ ਦੀ ਪ੍ਰੋਬਲਮ ਆ ਰਹੀ ਹੈ। ਸੋ ਜਦੋਂ ਉੱਥੇ ਗਏ ਫਿਰ ਉੱਥੇ ਜਾ ਕੇ ਤਾਂ ਉਹ ਇੱਕ ਤਰ੍ਹਾਂ ਕੋਮਾ 'ਚ ਹੀ ਚਲੇ ਗਏ ਸੀ। ਹੌਲੀ ਹੌਲੀ ਮੇਰੀ ਗੱਲ ਸੁਣਦੇ ਸੀ। ਜਦੋਂ ਮੈਂ ਜ਼ਰਾ ਜਿਹਾ ਬਾਂਹ ਜਾ ਕੇ ਹੱਥ ਲਾਉਂਦੀ ਸੀ ਤਾਂ ਇੰਜ ਕਰ ਲੈਂਦੇ ਸੀ। ਮੈਂ ਕਹਿੰਦੀ ਸੀ ਪ੍ਰੀਤ ਨਹੀਂ ਮੈਂ ਆ, ਪਰ ਉਹ ਹੌਲੀ ਹੌਲੀ ਘਟਦਾ ਗਿਆ। ਉਹਨਾਂ ਦੇ ਬ੍ਰੇਨ ਦਾ ਆਪਰੇਸ਼ਨ ਵੀ ਹੋਇਆ ਕਿਉਂਕਿ ਬ੍ਰੇਨ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ। ਇਹ ਸਾਰੀਆਂ ਸਥਿਤੀਆਂ ਦੇ ਬਾਵਜੂਦ ਮੈਂ ਉੱਥੇ ਜਾਂਦੀ ਉਹਨਾਂ ਕੋਲੇ, ਪਰ ਜਾਂ ਮੈਂ ਪਾਠ ਕਰਦੀ, ਕੋਈ ਦੋਸਤ ਸ਼ਬਦ ਭੇਜਦਾ ਮੈਂ ਸ਼ਬਦ ਬੋਲਦੀ, ਤੇ ਤੀਜੀ ਚੀਜ਼ ਮੈਂ ਉਹਨਾਂ ਨੂੰ ਅੰਦਰ ਤੱਕ ਝੰਜੋੜਦੀ ਸੀ ਕਿ ਪ੍ਰੀਤ ਆਪਾਂ ਇਸ ਬਿਮਾਰੀ 'ਚੋਂ ਆਪਣੇ ਆਪ ਨੂੰ ਬਾਹਰ ਕੱਢਣਾ, ਆਪਾਂ ਜਿਉਣਾ ਹੈ, ਠੀਕ ਹੈ? ਤੁਸੀਂ ਆਪਣੇ ਲਈ, ਮੇਰੇ ਲਈ, ਆਪਣੇ ਬੇਟੇ ਲਈ ਜਿਉਣਾ, ਠੀਕ ਹੈ? ਹਰ ਵਾਰੀ ਇਸ ਤਰ੍ਹਾਂ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕਿ ਨਹੀਂ ਹਿੰਮਤ ਬਣਾਓ, ਬਾਹਰ ਨਿਕਲੋ, ਜਿੱਦਾਂ ਵੀ ਤੁਸੀਂ ਆਪਣੇ ਆਪ ਨੂੰ ਇਹਦੇ 'ਚੋਂ ਬਾਹਰ ਕੱਢ ਸਕਦੇ ਹੋ, ਕਿਸੇ ਚੀਜ਼ ਦਾ ਫਿਕਰ ਨਹੀਂ ਕਰਨਾ। ਮੈਨੂੰ ਇੱਕ ਦਿਨ ਡਾਕਟਰ ਨੇ ਬੁਲਾਇਆ, ਯੰਗ ਡਾਕਟਰ ਸੀ, ਕੋਈ 32-33 ਸਾਲ ਦਾ। ਮੈਨੂੰ ਕਹਿੰਦਾ ਆਂਟੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਮੈਂ ਕਿਹਾ ਹਾਂਜੀ ਦੱਸੋ। ਗੱਲ ਤਾਂ ਮੈਂ ਰੋਜ਼ ਹੀ ਕਰਦੀ ਸੀ ਉਹਨਾਂ ਨਾਲ। ਕਹਿੰਦਾ ਸਾਡਾ ਜਿਹੜਾ ਸਾਰਾ ICU ਦਾ ਸਟਾਫ ਹੈ ਤੁਹਾਡਾ ਫੈਨ ਹੈ। ਉਹਨਾਂ ਨੂੰ ਮੇਰੇ ਇੱਕ ਕੋਈ ਫਿਲਮ ਲਾਈਨ ਬਾਰੇ ਜਾਂ ਹੋਰ ਕਿਸੇ ਚੀਜ਼ ਬਾਰੇ ਕੁਛ ਨਹੀਂ ਪਤਾ ਸੀਗਾ। ਤੇ ਮੈਂ ਕਿਹਾ ਵੀ ਉਹ ਕਿੱਦਾਂ ਮਤਲਬ ਫੈਨ ਕਿਵੇਂ ਆ? ਉਹ ਕਹਿੰਦੇ ਵੀ ਅੱਜ ਤੱਕ ਅਸੀਂ ਕਿਸੇ ਪੇਸ਼ੈਂਟ ਨਾਲ ਕੋਈ ਉਹਨਾਂ ਦਾ ਜਿਹੜਾ ਅਟੈਂਡੈਂਟ ਹੈ, ਫੈਮਿਲੀ ਮੈਂਬਰ ਹੈ, ਅਸੀਂ ਇਸ ਤਰ੍ਹਾਂ ਦਾ ਨਹੀਂ ਦੇਖਿਆ ਕਿ ਜਿਹੜਾ ਆ ਕੇ ਇੰਨਾ ਬੰਦੇ ਨੂੰ ਝੰਜੋੜਦਾ ਹੋਵੇ ਤੇ ਇੰਨਾ ਮਤਲਬ ਇਸ ਹੱਦ ਤੱਕ ਜਾਂਦਾ ਹੋਵੇ ਕਿ ਪੇਸ਼ੈਂਟ ਨੂੰ ਬਾਹਰ ਕੱਢਣ ਦੀ ਕੋਸ਼ਿਸ਼ 'ਚ ਹੋਵੇ। ਜਿਹੜੇ ਇੱਥੇ ਆਉਂਦੇ ਆ ਉਹ ਜਾਂ ਤਾਂ ਦੂਰ ਖੜੇ ਹੋ ਕੇ ਰੋ ਕੇ ਚਲੇ ਜਾਂਦੇ ਆ, ਠੀਕ ਹੈ? ਕਈ ਤਾਂ ਕੋਲ ਤੱਕ ਵੀ ਨਹੀਂ ਜਾਂਦੇ। ਤੇ ਤੁਸੀਂ ਅੰਕਲ ਨੂੰ ਹਰ ਟਾਈਮ ਮਤਲਬ ਉਹਨਾਂ ਨੂੰ ਤੁਹਾਡੀ ਕੋਸ਼ਿਸ਼ ਹੁੰਦੀ। ਔਰ ਬਾਕੀ
ਪੇਸ਼ੈਂਟਸ ਨੂੰ ਅਟੈਂਡੈਂਟਸ ਨੂੰ 15 ਮਿੰਟ ਮਿਲਦੇ ਸੀਗੇ, ਪਰ ਮੈਂ ਜੇ ਉੱਥੇ ਅੱਧਾ ਘੰਟਾ ਵੀ ਖੜੀ ਹੁੰਦੀ ਸੀ ਤੇ ਮੈਨੂੰ ਕੋਈ ਰੋਕਦਾ ਨਹੀਂ ਸੀ। ਸੋ ਇਹ ਜਿਹੜੀ ਹਿੰਮਤ ਹੈ, ਇਹ ਮਤਲਬ ਇੱਕ ਤੇ ਪਰਮਾਤਮਾ ਦਿੰਦਾ ਤੁਹਾਨੂੰ, ਤੇ ਦੂਸਰਾ ਮੇਰੇ ਫਾਦਰ ਨੂੰ ਸ਼ਾਇਦ ਜ਼ਿੰਦਗੀ 'ਚ ਮੈਨੂੰ ਐਂ ਲੱਗਦਾ ਹੁੰਦਾ ਸੀ ਕਿ ਉਹ ਕਿ ਸੰਤ ਸੁਭਾਅ ਇਨਸਾਨ ਸੀਗੇ, ਕਿ ਉਹਨਾਂ ਨੂੰ ਸ਼ਾਇਦ ਕਿਤੇ ਕੁਝ ਨਜ਼ਰ ਆ ਰਿਹਾ ਸੀ, ਕਿਉਂਕਿ 2 ਸਾਲ ਬਾਅਦ ਹਾਰਟ ਅਟੈਕ ਹੋ ਜਾਣਾ। ਉਹਨਾਂ ਨੇ ਮੈਨੂੰ ਇੱਕੋ ਹੀ ਚੀਜ਼ ਸਿਖਾਈ ਸੀ ਜ਼ਿੰਦਗੀ 'ਚ, ਜਿਹੜੀ ਮੈਂ ਚਾਹੁੰਦੀ ਹਾਂ ਸਾਰੇ ਸਿੱਖਣ, ਕਿ ਵੀ ਜ਼ਿੰਦਗੀ 'ਚ ਕੋਈ ਮਾੜਾ ਵਕਤ ਆਵੇ ਉਦੋਂ ਘਬਰਾਉਣਾ ਨਹੀਂ, ਉਦੋਂ ਤੁਸੀਂ ਬੈਠ ਕੇ ਰੋਣਾ ਨਹੀਂ, ਉਦੋਂ ਤੁਸੀਂ ਬੈਠ ਕੇ ਇਹ ਸੋਚਣਾ ਹੈ ਕਿ ਇਹਦਾ ਮੈਂ ਹੱਲ ਕੀ ਕਰ ਸਕਦਾ, ਇਹਦੇ ਲਈ ਮੈਂ ਕੋਸ਼ਿਸ਼ ਕੀ ਕਰ ਸਕਦਾ। ਸੋ ਤੁਸੀਂ ਉਹ ਉਪਰਾਲਾ ਕਰਨਾ ਹੈ, ਉਸ ਤੋਂ ਭੱਜਣਾ ਨਹੀਂ, ਉਸ ਤੋਂ ਡਰਨਾ ਨਹੀਂ, ਉਸ ਤੋਂ ਘਬਰਾਉਣਾ ਨਹੀਂ। ਸੋ ਇਹ ਮੇਰੇ ਫਾਦਰ ਦੀ ਜਿਹੜੀ ਗੱਲ ਸੀ, ਇਹ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ ਅਤੇ ਮੈਂ ਉਸੇ ਗੱਲ 'ਤੇ ਚੱਲਦੀ ਹਾਂ। ਅਤੇ ਦੂਸਰੀ ਚੀਜ਼ ਉਹ ਕਹਿੰਦੇ ਸੀ, ਪੁੱਤਰ ਜ਼ਿੰਦਗੀ 'ਚ ਪਿੱਛੇ ਮੁੜ ਕੇ ਨਹੀਂ ਦੇਖਣਾ, ਹਮੇਸ਼ਾ ਅੱਗੇ ਵਧਣਾ। ਠੀਕ ਹੈ, ਸੋ ਮੈਂ ਅੱਗੇ ਵਧੀ ਹਾਂ, ਪਰ ਮੈਂ ਇਸ ਤਰੀਕੇ ਅੱਗੇ ਵਧੀ ਹਾਂ ਕਿ ਮੈਂ ਚਾਹੁੰਦੀ ਹਾਂ ਮੈਂ ਆਪਣੇ ਪੁੱਤਰ ਲਈ ਬਹੁਤ ਕੁਛ ਕਰਾਂ। ਉਸ ਦੇ ਨਾਲ ਨਾਲ ਜਿਹੜੇ ਮੇਰੇ ਦੋਸਤ ਮਿੱਤਰ ਹੈ, ਮੇਰਾ ਸਮਾਜ ਹੈ, ਮਤਲਬ ਮੈਨੂੰ ਐਂ ਲੱਗਦਾ ਕਿ ਪੂਰਾ ਪੰਜਾਬ ਮਤਲਬ ਮੇਰਾ ਪਰਿਵਾਰ ਹੈ। ਮੈਨੂੰ ਇੰਝ ਨਹੀਂ ਲੱਗਦਾ ਕਿ ਕੋਈ ਇੱਕ ਬੰਦਾ, ਕੋਈ 2 ਬੰਦਾ, ਮੈਨੂੰ ਲੱਗਦਾ ਸਾਰੇ ਹੀ ਮੇਰੇ ਆਪਣੇ ਨੇ। ਠੀਕ ਹੈ, ਸੋ ਮੈਂ ਤਾਂ ਆਪਣੇ ਆਪ ਨੂੰ ਵਡਭਾਗੀ ਸਮਝੂੰਗੀ ਅਗਰ ਜ਼ਿੰਦਗੀ 'ਚ ਮੈਂ ਕਿਸੇ ਦੇ ਵੀ ਕੰਮ ਆ ਸਕਾਂ। ਮੈਡਮ, ਤੁਸੀਂ ਜੋ ਆਪਣੀ ਸਥਿਤੀ ਦੱਸੀ, ਜੋ ਉਸ ਸਮੇਂ ਤੁਸੀਂ ਦੌਰ ਵਿੱਚੋਂ ਨਿਕਲੇ ਆ, ਵਾਕਈ ਹੀ ਲੂ ਕੰਢੇ ਖੜੇ ਹੋ ਜਾਂਦੇ ਨੇ, ਅਤੇ ਉਸ ਤਕਲੀਫ ਨੂੰ ਜਾਂ ਉਸ ਦਰਦ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਜਿਸ ਵਿੱਚੋਂ ਤੁਸੀਂ ਗੁਜ਼ਰੇ ਹੋ। ਅਤੇ ਸਲਾਮ ਹੈ ਤੁਹਾਨੂੰ, ਤੁਹਾਡੀ ਹਿੰਮਤ ਨੂੰ, ਕਿਉਂਕਿ ਇੰਨੀ ਹਿੰਮਤ ਰੱਖਣੀ ਬਹੁਤ ਔਖੀ ਹੈ। ਕਹਿ ਸਕਦੇ ਹਾਂ ਕਿ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ। ਮੈਡਮ, ਇਹ ਦੱਸੋ ਕਿ ਹਮਸਫ਼ਰ ਨੂੰ ਤੁਸੀਂ ਕਿਵੇਂ ਪਰਿਭਾਸ਼ਿਤ ਕਰੋਗੇ? ਹਮਸਫ਼ਰ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ? ਹਮਸਫ਼ਰ ਉਹ ਇਨਸਾਨ ਹੈ ਜਿਹਨੂੰ ਅਸੀਂ ਜਾਣਦੇ ਤਾਂ ਨਹੀਂ ਹੁੰਦੇ, ਪਰ ਉਹ ਸਾਡੀ ਰੂਹ ਬਣ ਜਾਂਦਾ ਹੈ, ਉਹ ਸਾਡੀ ਆਤਮਾ ਬਣ ਜਾਂਦਾ ਹੈ। ਠੀਕ ਹੈ, ਅਤੇ ਜੇ ਦੂਜੇ ਲਫ਼ਜ਼ਾਂ 'ਚ ਆਪਾਂ ਕਹੀਏ, ਮਤਲਬ ਅਗਰ ਅਸੀਂ ਖੂਬਸੂਰਤ ਜ਼ਿੰਦਗੀ ਜਿਉਂਦੇ ਹਾਂ ਤਾਂ ਸਭ ਨੂੰ ਮੈਨੂੰ ਲੱਗਦਾ ਖੂਬਸੂਰਤ ਜ਼ਿੰਦਗੀ ਜਿਉਣੀ ਚਾਹੀਦੀ ਹੈ। ਅਤੇ ਜਦੋਂ ਉਹ ਜਿਹੜੀ ਰੂਹ ਹੈ, ਜਿਹਨੂੰ ਮੈਂ ਰੂਹ ਕਹਿ ਰਹੀ ਹਾਂ, ਮੈਂ ਆਤਮਾ ਕਹਿ ਰਹੀ ਹਾਂ, ਉਹ ਜਦੋਂ ਤੁਹਾਡੇ ਸਰੀਰ 'ਚੋਂ ਨਿਕਲ ਜਾਏ, ਉਹ ਜਦੋਂ ਤੁਹਾਡੇ ਤੋਂ ਵੱਖ ਹੋ ਜਾਏ, ਤਾਂ ਉਦੋਂ ਇੱਕ ਵਾਰੀ ਤਾਂ ਐਵੇਂ ਲੱਗਦਾ ਹੈ ਕਿ ਦੁਨੀਆ ਖਤਮ ਹੋ ਗਈ। ਜਿਸ ਦਿਨ ਮੈਂ ਮੇਰੇ ਹਸਬੈਂਡ ਦੇ ਫੁੱਲ ਤਾਰ ਕੇ ਆਈ ਸੀ, ਉਸ ਦਿਨ ਮੈਨੂੰ ਇਹ ਲੱਗਿਆ ਸੀਗਾ ਕਿ ਸ਼ਾਇਦ ਅੱਜ ਸਾਰਾ ਕੁਛ ਖਤਮ ਹੋ ਗਿਆ, ਅੱਜ ਮੈਂ ਬਿਲਕੁਲ ਖਾਲੀ ਹੋ ਗਈ ਹਾਂ। ਪਰ ਮੈਂ ਉਸ ਤੋਂ ਬਾਅਦ ਵੀ ਜ਼ਿੰਦਗੀ ਜੀ ਰਹੀ ਹਾਂ, ਔਰ ਬੜੀ ਖੁਸ਼ੀ ਨਾਲ ਜ਼ਿੰਦਗੀ ਜੀ ਰਹੀ ਹਾਂ। ਔਰ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਰਨਾ ਚਾਹੁੰਦੀ ਹਾਂ ਕਿ ਮੈਂ ਉਸ ਦਿਨ, ਜਿਸ ਦਿਨ ਮੇਰੇ ਹਸਬੈਂਡ ਦੀ ਡੈਥ ਹੋਈ ਹੈ, ਉਸ ਤੋਂ 1 ਰਾਤ ਪਹਿਲਾਂ ਮੈਂ ਉਹਨਾਂ ਦੇ ਸਿਰਹਾਣੇ ਖੜੇ ਹੋ ਕੇ ਅਰਦਾਸ ਕੀਤੀ ਸੀ ਕਿ ਹੇ ਵਾਹਿਗੁਰੂ, ਜਾਂ ਤਾਂ ਤੁਸੀਂ ਇਹਨਾਂ ਨੂੰ ਇੰਨਾ ਕੁ ਕਰ ਦਿਓ ਕਿ ਵੀਲ ਚੇਅਰ 'ਤੇ ਵੀ ਆ ਜਾਣਗੇ, ਅਸੀਂ ਇਹਨਾਂ ਨੂੰ ਸੰਭਾਲ ਲਾਂਗੇ, ਪਰ ਇਹਨਾਂ ਨੂੰ ਪਤਾ ਹੋਏ ਕਿ ਇਹ ਮੇਰਾ ਬੇਟਾ ਹੈ, ਇਹ ਮੇਰੀ ਭੈਣ ਹੈ, ਇਹ ਮੇਰੀ ਵਾਈਫ ਹੈ, ਇਹ ਮੇਰੇ ਦੋਸਤ ਮਿੱਤਰ ਨੇ। ਅਤੇ ਅਦਰਵਾਈਜ਼ ਕਿਉਂਕਿ ਉਹ ਕੋਮਾ 'ਚ ਸੀਗੇ ਅਤੇ ਉਹਨਾਂ ਦੇ ਜਾਗਣ ਦੀ ਉਮੀਦ ਨਾ ਉਮੀਦੀ ਹੋ ਚੁੱਕੀ ਸੀ ਇੱਕ ਤਰ੍ਹਾਂ ਦੀ, ਪਰ ਮੈਂ ਉਮੀਦ ਤਾਂ ਅਖੀਰ ਤੱਕ ਨਹੀਂ ਛੱਡੀ। ਪਰ ਵਾਹਿਗੁਰੂ ਨੂੰ ਇਹ ਜ਼ਰੂਰ ਕਿਹਾ ਕਿ ਪਰਮਾਤਮਾ ਜਾਂ ਫਿਰ ਹੁਣ ਇਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦਿਓ। ਅਤੇ ਉਸ ਗੱਲ ਲਈ ਮੈਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਸੀ। ਸ਼ਾਇਦ ਇਹ ਗੱਲ ਕਿਸੇ ਦੇ ਦਿਲ ਨੂੰ ਚੁਭੇ, ਦੁੱਖ ਦੇ ਕਿ ਤੁਸੀਂ ਆਪਣੇ ਪਤੀ ਲਈ ਅਰਦਾਸ ਇੰਝ ਕਿਵੇਂ ਕਰ ਸਕਦੇ ਹੋ, ਜਾਂ ਵਾਹਿਗੁਰੂ ਦਾ ਸ਼ੁਕਰਾਨਾ ਕਿਵੇਂ ਕਰ ਸਕਦੇ ਹੋ। ਪਰ ਮੈਂ ਸ਼ੁਕਰਾਨਾ ਅੱਜ ਵੀ ਕਰਦੀ ਹਾਂ ਕਿ ਹੇ ਮਾਲਕਾ, ਤੇਰਾ ਸ਼ੁਕਰ ਹੈ ਤੂੰ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦਿੱਤੀ। ਅਦਰਵਾਈਜ਼ ਜੋ ਸਥਿਤੀ ਸੀ, ਅਗਰ ਉਸ ਸਥਿਤੀ 'ਚੋਂ ਪਏ ਰਹਿੰਦੇ ਤਾਂ ਉਹ ਉਹਨਾਂ ਲਈ ਵੀ ਨਰਕ ਹੁੰਦਾ ਅਤੇ ਸਾਡੇ ਲਈ ਵੀ ਨਰਕ ਹੁੰਦਾ, ਅਤੇ ਬਾਅਦ ਵਿੱਚ ਵੀ ਅਸੀਂ ਉਹੀ ਅਰਦਾਸਾਂ ਫੇਰ ਕਰਨੀਆਂ ਸੀ। ਇਸ ਲਈ ਵੀ ਬਹੁਤ ਹਿੰਮਤ ਚਾਹੀਦੀ ਹੈ ਕਿ ਆਪਣੇ ਹਮਸਫ਼ਰ, ਆਪਣੀ ਰੂਹ, ਆਪਣੀ ਆਤਮਾ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਸੌਂਪ ਦੇਣਾ। ਇਸ ਲਈ ਵੀ ਬਹੁਤ ਹਿੰਮਤ ਚਾਹੀਦੀ ਹੈ, ਕਿਉਂਕਿ ਅਸੀਂ ਆਪਣੇ ਮਾਂ-ਬਾਪ ਹੋਣ, ਹਮਸਫ਼ਰ, ਭੈਣ ਭਰਾ ਜਾਂ ਕੋਈ ਵੀ ਸਾਡਾ ਆਪਣਾ ਹੋਵੇ, ਉਸ ਦੇ ਦੂਰ ਜਾਣ ਦੀ ਕਲਪਨਾ ਨਾਲ ਹੀ ਹਿੱਲ ਜਾਂਦੇ ਹਾਂ। ਪਰ ਸਾਡੇ ਸਾਹਮਣੇ ਜੇ ਕੋਈ ਇਨਸਾਨ ਹੈ, ਆਪਾਂ ਉਸ ਨੂੰ ਕਹਿ ਰਹੇ ਹਾਂ ਪਰਮਾਤਮਾ ਇਸ ਨੂੰ ਆਪਣੇ ਕੋਲ ਲੈ ਜਾ, ਇਸ
ਨੂੰ ਮੁਕਤੀ ਦੇ ਦੇ। ਇਸ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ ਤੇ ਤੁਹਾਡੇ ਅੰਦਰ ਜੋ ਇੰਨੀ ਹਿੰਮਤ ਹੈ ਜਿਸ ਦੇ ਲਈ ਤੁਸੀਂ ਪਰਮਾਤਮਾ ਤੇ ਆਪਣੇ ਪਿਤਾ ਜੀ ਨੂੰ ਪੂਰਾ ਕ੍ਰੈਡਿਟ ਦਿੰਦੇ ਆ ਵੀ ਉਹਨਾਂ ਕਰਕੇ ਤੁਹਾਡੇ ਅੰਦਰ ਹਿੰਮਤ ਆਈ, ਵਾਕਈ ਹੀ ਬਹੁਤ ਹੀ ਦਲੇਰੀ ਵਾਲੀ ਗੱਲ ਹੈ। ਮੈਡਮ, ਹਮਸਫਰ ਦੇ ਜਾਣ ਤੋਂ ਬਾਅਦ ਇਕੱਲਾਪਨ ਬਹੁਤ ਆਇਆ ਹੋਊਗਾ ਜ਼ਿੰਦਗੀ ਦੇ ਵਿੱਚ। ਕਈ ਲੋਕ ਹੁੰਦੇ ਆ ਜੋ ਉਸ ਇਕੱਲੇਪਨ ਤੋਂ ਬਹੁਤ ਜ਼ਿਆਦਾ ਘਬਰਾ ਜਾਂਦੇ ਨੇ। ਬਹੁਤ ਸਾਰੇ ਲੋਕ ਸੁਸਾਈਡ ਕਰ ਲੈਂਦੇ ਆ, ਬਹੁਤ ਸਾਰੇ ਲੋਕ ਕੁਰਾਹੇ ਪੈ ਜਾਂਦੇ ਆ। ਤੁਸੀਂ ਉਸ ਇਕੱਲੇਪਨ ਦੇ ਨਾਲ ਲੜਾਈ ਕਿਵੇਂ ਲੜੀ? ਦੇਖੋ, ਹੋ ਸਕਦਾ ਕੁਛ ਲੋਕ ਪਰਮਾਤਮਾ ਨੂੰ ਨਾ ਮੰਨਦੇ ਹੋਣ, ਸ਼ਾਇਦ ਮੇਰੀ ਗੱਲ ਉਹਨਾਂ ਨੂੰ ਸਹੀ ਨਾ ਲੱਗੇ, ਪਰ ਕੋਈ ਨਾ ਕੋਈ ਇੱਕ ਤੁਹਾਡਾ ਅਕੀਦਾ ਕਿਸੇ ਨਾ ਕਿਸੇ ਚੀਜ਼ 'ਤੇ ਜ਼ਰੂਰ ਹੁੰਦਾ। ਸੋ ਇੱਕ ਤਾਂ ਉਹ ਪਰਮਾਤਮਾ 'ਤੇ ਵਿਸ਼ਵਾਸ ਕਿ ਜਿਹਨੇ ਸਾਨੂੰ ਪੈਦਾ ਕੀਤਾ ਉਹ ਸਾਨੂੰ ਅੱਗੋਂ ਵੀ ਰਸਤਾ ਦਿਖਾਏਗਾ। ਠੀਕ ਹੈ, ਇਹ ਫੈਸਲੇ ਅਸੀਂ ਕਹਿੰਦੇ ਜ਼ਰੂਰ ਹਾਂ ਸਾਰੇ ਜਣੇ ਕਿ ਵੀ ਮੈਂ ਆ ਕੀਤਾ, ਮੈਂ ਉਹ ਕੀਤਾ। ਸਾਨੂੰ ਪਰਮਾਤਮਾ ਨੇ ਬੁੱਧੀ ਬਖਸ਼ੀ ਹੈ ਫੈਸਲੇ ਲੈਣ ਦੀ ਵੀ, ਪਰ ਫਿਰ ਵੀ ਕਿਤੇ ਨਾ ਕਿਤੇ ਤੁਹਾਡੇ ਪਿੱਛੇ ਤੁਹਾਡੀ ਸੋਚ ਮੁਤਾਬਕ ਪਰਮਾਤਮਾ ਤੁਹਾਡੇ ਪਿੱਛੇ ਕੰਮ ਕਰਦਾ ਹੈ। ਜਿਵੇਂ ਦੀ ਤੁਹਾਡੀ ਸੋਚ ਹੈ ਉਹਦੇ ਮੁਤਾਬਕ ਪਰਮਾਤਮਾ ਤੁਹਾਡੇ ਪਿੱਛੇ ਹੱਥ ਦੇ ਕੇ ਰੱਖਦੇ ਆ। ਬੁਰੇ ਇਨਸਾਨ ਬੁਰੇ ਵੀ ਕੰਮ ਵੀ ਕਰਦੇ ਆ, ਚੰਗੇ ਇਨਸਾਨ ਚੰਗੇ ਕੰਮ ਵੀ ਕਰਦੇ ਆ। ਸੋ ਮੈਂ ਤਾਂ ਉਸ ਮਾਲਕ ਅੱਗੇ ਹੀ ਅਰਦਾਸ ਕੀਤੀ। ਅਤੇ ਸਭ ਤੋਂ ਵੱਡਾ ਜਿਹੜਾ ਮੇਰਾ ਬਦਲਾਵ ਦਾ ਸੀਗਾ ਕਾਰਨ ਕਿ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦਾ ਸ਼ਹੀਦੀ ਗੁਰਪੁਰਬ ਆ ਰਿਹਾ ਸੀਗਾ। ਠੀਕ ਹੈ, ਫਤਿਹਗੜ੍ਹ ਸਾਹਿਬ ਦੀ ਸਭਾ, ਉਹ ਦਿਨ ਸੀਗੇ ਸਰਦੀਆਂ, ਅਤੇ ਮੈਂ ਬੈਠੀ ਸੀ ਬੈੱਡ 'ਤੇ, ਮੈਂ TV ਦੇਖ ਰਹੀ ਸੀ, ਪ੍ਰੋਗਰਾਮ ਆ ਰਿਹਾ ਸੀ ਉਹਦੇ ਬਾਰੇ 'ਚ। ਉਦੋਂ ਮੈਂ ਸੋਚਿਆ ਕਿ ਅਸੀਂ ਮਤਲਬ ਬੀਇੰਗ ਸਿੱਖ, ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਗੁਰੂ ਸਾਹਿਬ ਦੇ ਬੱਚੇ ਹਾਂ। ਗੁਰੂ ਸਾਹਿਬ ਨੇ ਵੀ ਸਾਨੂੰ ਬੱਚੇ ਮੰਨਿਆ, ਫਿਰ ਅਸੀਂ ਕਿਹੜੇ ਗੁਰੂ ਦੇ ਬੱਚੇ ਹਾਂ? ਜੇ ਅਸੀਂ ਉਹਦੇ ਹੁਕਮ 'ਚ ਰਹਿਣਾ ਨਹੀਂ ਸਿੱਖਿਆ, ਉਹਦੇ ਹੁਕਮ 'ਚ ਚੱਲਦੇ ਨਹੀਂ, ਤੇ ਗੁਰੂ ਸਾਹਿਬ ਨੇ ਤਾਂ ਸਰਵੰਸ ਵਾਰਤਾ, ਉਹਨਾਂ ਨੇ ਤਾਂ ਉਹਨਾਂ ਦੇ ਮੱਥੇ 'ਤੇ ਸ਼ਿਕਨ ਨਹੀਂ ਆਈ, ਤੇ ਸਾਡੇ ਘਰ ਦਾ ਇੱਕ ਬੰਦਾ ਚਲਾ ਗਿਆ ਤੇ ਅਸੀਂ ਕਹਿੰਦੇ ਹੁੰਦੇ ਆ ਤਰਾਹੀ ਮਚਾਈ ਹੋਈ ਹੈ। ਤਾਂ ਉੱਥੋਂ ਮੈਨੂੰ ਆਪਣੇ ਆਪ ਨੂੰ ਲੱਗਿਆ ਕਿ ਨਹੀਂ, ਤੂੰ ਆਪਣੇ ਆਪ ਨੂੰ ਕੰਟਰੋਲ ਕਰਨਾ। ਉਹਨਾਂ ਨੇ ਸਭ ਤੋਂ ਪਹਿਲਾਂ 9 ਸਾਲ ਦੀ ਉਮਰ 'ਚ ਆਪਣੇ ਪਿਤਾ ਜੀ ਸ਼ਹੀਦ ਕਰਵਾਏ, ਉਹ ਕਿਉਂਕਿ ਉਹਨਾਂ ਨੇ ਹੀ ਕਿਹਾ ਸੀ ਕਿ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੌਣ ਹੋ ਸਕਦਾ। ਠੀਕ ਹੈ, ਫਿਰ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਮਾਤਾ ਜੀ ਦੀ ਸ਼ਹਾਦਤ ਹੋਈ, ਮਾਤਾ ਗੁਜਰੀ ਦੀ। ਸੋ ਫਿਰ ਮਤਲਬ ਅਸੀਂ ਫਿਰ ਜਾਂ ਤਾਂ ਅਸੀਂ ਉਹਨਾਂ ਦੇ ਬੱਚੇ ਖਵਾਉਣ ਦੇ ਲਾਇਕ ਨਹੀਂ, ਠੀਕ ਹੈ, ਅਤੇ ਨਹੀਂ ਤਾਂ ਫਿਰ ਸਾਨੂੰ ਆਪਣੇ ਗੁਰੂ ਤੋਂ ਸੇਧ ਲੈਣੀ ਚਾਹੀਦੀ ਹੈ। ਜਿਸ 'ਤੇ ਵੀ ਤੁਹਾਡਾ ਅਕੀਦਾ ਹੈ ਉਹਨਾਂ ਤੋਂ ਸੇਧ ਲੈ ਕੇ ਸਾਨੂੰ ਜ਼ਿੰਦਗੀ ਅੱਗੇ ਖੁਸ਼ਨੁਮਾ ਤਰੀਕੇ ਨਾਲ ਹੀ ਬਿਤਾਉਣੀ ਚਾਹੀਦੀ ਹੈ। ਸੋ ਤੁਸੀਂ ਨਾ ਆਪਣੇ ਰਸਤੇ ਲੱਭਣੇ ਹੁੰਦੇ ਆ ਕਿ ਵੀ ਮੈਂ ਕਿੱਥੇ ਕੀ ਕਰ ਸਕਦਾ। ਤੁਹਾਡੀਆਂ ਉਹ ਭਾਵਨਾਵਾਂ ਨੇ, ਤੁਸੀਂ ਜੇ ਹੋਰ ਕੁਛ ਨਹੀਂ ਉਹਨੂੰ ਕਾਗਜ਼ 'ਤੇ ਲਿਖ ਲਓ। ਜੇ ਪੋਇਟਰੀ ਨਹੀਂ ਲਿਖ ਸਕਦੇ ਤਾਂ ਤੁਸੀਂ ਉਹਨੂੰ ਕਹਾਣੀ ਦੇ ਰੂਪ 'ਚ ਲਿਖ ਲਓ, ਉਹਨੂੰ ਪ੍ਰੋਜ਼ ਦੇ ਰੂਪ 'ਚ ਲਿਖ ਲਓ, ਉਹਨੂੰ ਲੇਖ ਦੇ ਰੂਪ 'ਚ ਲਿਖ ਲਓ। ਮਤਲਬ ਉਹਨਾਂ ਚੀਜ਼ਾਂ ਨੂੰ ਬਾਹਰ ਕੱਢਦੇ ਰਹੋ ਤਾਂ ਕਿ ਜਿਹੜਾ ਤੁਹਾਡੇ ਅੰਦਰ ਜਿਹੜਾ ਜਮਾਵੜਾ ਨਾ ਹੋਵੇ ਦੁੱਖਾਂ ਦਾ, ਤਕਲੀਫਾਂ ਦਾ। ਫੇਸਬੁੱਕ 'ਤੇ ਮੇਰਾ ਖਿਆਲ ਮੇਰੇ ਸਾਰੇ ਫਰੈਂਡਸ ਮੈਨੂੰ ਜਾਣਦੇ ਆ, ਮੈਂ ਕੁਛ ਵੀ ਹਲਕਾ ਫੁਲਕਾ ਵੀ ਕਈ ਵਾਰੀ ਲਿਖ ਦਿੰਦੀਆਂ ਜਾਂ ਕਈ ਫੋਟੋਆਂ ਪਾ ਦਿੰਦੀਆਂ, ਉਹਦੇ ਨਾਲ ਕੋਈ ਗਾਣਾ ਪਾਤਾ। ਸੋ ਮਤਲਬ ਆਪਣੇ ਆਪ ਨੂੰ ਤਾਂ ਕਿ ਬਿਜ਼ੀ ਰੱਖੋ ਕਿਸੇ ਤਰ੍ਹਾਂ, ਅਤੇ ਲੋਕਾਂ ਨਾਲ ਜੁੜੇ ਰਹੋ, ਅਤੇ ਜਿੱਥੇ ਤੁਸੀਂ ਉਹਨਾਂ ਦੀ ਕੋਈ ਮਦਦ ਕਰ ਸਕਦੇ ਹੋ ਉੱਥੇ ਵੀ ਤੁਸੀਂ ਮਦਦ ਕਰੋ। ਕੁਛ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਮੈਂ ਮਤਲਬ TV ਦੇ ਕਿਸੇ ਚੈਨਲ 'ਤੇ ਦੱਸਣਾ ਨਹੀਂ ਚਾਹੁੰਦੀ ਕਿ ਮੈਂ ਕਿਸ ਤਰ੍ਹਾਂ ਕਿੱਥੇ ਹੈਲਪ ਕਰਦੀ ਹਾਂ, ਕਿਉਂਕਿ ਉਹ ਮੇਰੀ ਨਿੱਜਤਾ ਹੈ, ਅਤੇ ਜਿੰਨੀ ਕੁ ਮੇਰੇ 'ਚ ਸਮਰੱਥਾ ਹੈ ਉਹਦੇ ਮੁਤਾਬਕ ਮੈਂ ਜਿੱਥੇ ਮੇਰੇ ਪੋਸੀਬਲ ਹੁੰਦਾ ਜਾਂ ਜਿੱਥੇ ਕੋਈ ਲੋੜਵੰਦ ਹੁੰਦਾ ਮੈਂ ਉੱਥੇ ਉਹਦੀ ਹੈਲਪ ਕਰਦੀ ਹਾਂ। ਹਾਂਜੀ ਮੈਡਮ, ਕਹਿੰਦੇ ਨੇ ਕਿ ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਉਸ ਸਮੇਂ ਪਹਿਚਾਣ ਹੁੰਦੀ ਹੈ ਕਿ ਕੌਣ ਤੁਹਾਡਾ ਆਪਣਾ ਹੈ ਅਤੇ ਕੌਣ ਬੇਗਾਨਾ ਹੈ। ਜਦੋਂ ਤੁਹਾਡੇ 'ਤੇ ਉਹ ਮਾੜਾ ਸਮਾਂ ਚੱਲ ਰਿਹਾ ਸੀ, ਕੀ ਅਜਿਹਾ ਹੋਇਆ ਕਿ ਬਹੁਤ ਸਾਰੇ ਚਿਹਰਿਆਂ ਤੋਂ ਨਕਾਬ ਉਤਰੇ ਹੋਣ? ਹਾਂ ਬਿਲਕੁਲ, ਸ਼ਾਇਦ ਇਹ ਗੱਲ ਅੱਜ ਮੈਂ ਕਿਸੇ ਵੀ ਚੈਨਲ 'ਤੇ ਪਹਿਲੀ ਵਾਰੀ ਕਰਨ ਲੱਗੀ ਹਾਂ। ਬਹੁਤ ਮਤਲਬ ਮੈਂ ਇਹ ਕਹਿ ਸਕਦੀ ਹਾਂ ਕਿ
ਸ਼ਾਇਦ ਮੈਨੂੰ ਬੋਲਣੀ ਸ਼ਾਇਦ ਲੱਗਦਾ ਹੋਵੇ ਕਿ ਬੋਲਣੀ ਤੇ ਨਹੀਂ ਚਾਹੀਦੀ, ਪਰ ਪਰਿਵਾਰਕ ਚਿਹਰਿਆਂ ਤੋਂ ਨਕਾਬ ਜ਼ਰੂਰ ਉਤਰੇ। ਠੀਕ ਹੈ, ਬਹੁਤ ਚੀਜ਼ਾਂ ਮੈਨੂੰ ਐਵੇਂ ਦੀਆਂ ਮੇਰੇ ਸਾਹਮਣੇ ਆਈਆਂ ਕਿ ਇਹ ਵੀ ਕਿਹਾ ਗਿਆ ਕਿ ਇਹ ਤਾਂ ਐਵੇਂ ਹੀ ਹਸਪਤਾਲ 'ਚ ਲੈ ਕੇ ਬੈਠੀ ਆ, ਉਹਦੇ 'ਚ ਹੈ ਤੇ ਕੁਛ ਹੈ ਨਹੀਂ ਮੇਰੇ ਹਸਬੈਂਡ ਬਾਰੇ। ਠੀਕ ਹੈ, ਐਵੇਂ ਪੈਸੇ ਫੂਕ ਰਹੀ ਹੈ। ਪਰ ਤੁਸੀਂ ਆਪਣੇ ਬੰਦੇ ਨੂੰ ਜਦ ਤੱਕ ਜਾਨ ਹੈ ਕਿਸੇ 'ਚ ਵੀ, ਤੁਸੀਂ ਉਹਨੂੰ ਐਵੇਂ ਚੁੱਕ ਕੇ ਤੇ ਘਰੇ ਨਹੀਂ ਲਿਆ ਸਕਦੇ। ਸੋ ਮੈਂ ਉਹਨਾਂ ਗੱਲਾਂ ਦੀ ਪਰਵਾਹ ਨਹੀਂ ਕੀਤੀ। ਬਾਕੀ ਠੀਕ ਹੈ, ਰਿਸ਼ਤਿਆਂ 'ਚ ਫਰਕ ਜ਼ਰੂਰ ਆਇਆ, ਬਹੁਤ ਆਇਆ, ਪਰ ਮੈਂ ਅੱਜ ਵੀ ਇਹ ਕਹਿੰਦੀ ਹਾਂ ਕਿ ਜਿਹੜਾ ਮੇਰਾ ਪਰਿਵਾਰ ਹੈ, ਮੇਰਾ ਸਹੁਰਾ ਪਰਿਵਾਰ ਹੈ ਜਾਂ ਮੇਰਾ ਪੇਕਾ ਪਰਿਵਾਰ ਹੈ, ਉਹ ਸਾਰੇ ਆਪਣੇ ਆਪਣੇ ਘਰ ਖੁਸ਼ ਰਹਿਣ। ਪਰਮਾਤਮਾ ਉਹਨਾਂ ਨੂੰ ਲੰਬੀਆਂ ਉਮਰਾਂ ਦੇਵੇ, ਉਹਨਾਂ ਨੂੰ ਤੰਦਰੁਸਤੀਆਂ ਦੇਵੇ, ਉਹਨਾਂ ਨੂੰ ਬੁਲੰਦੀਆਂ 'ਤੇ ਪਹੁੰਚਾਏ, ਕਿਉਂਕਿ ਬੁਰਾ ਲੋਚਣਾ ਮੇਰਾ ਧਰਮ ਨਹੀਂ ਹੈ। ਮੈਂ ਚਾਹੁੰਦੀ ਹਾਂ ਸਾਰੇ ਖੁਸ਼ ਰਹਿਣ। ਠੀਕ ਹੈ, ਪਰ ਚੰਗੇ ਚਿਹਰੇ ਮੇਰੇ ਸਾਹਮਣੇ ਕਿਹੜੇ ਨਜ਼ਰ ਆਏ, ਉਹ ਸਾਰੇ ਮੇਰੇ ਦੋਸਤ ਮਿੱਤਰ, ਮੇਰੇ ਕਲਾਸਮੇਟਸ। ਮੇਰੀ ਫਰੈਂਡ ਹੈ ਲਿਲੀ ਸਵਰਨ, ਉਹਨਾਂ ਦੇ ਵੀ ਬੇਟੇ ਦੀ, ਯੰਗ ਬੇਟੇ ਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਉਹ ਬਹੁਤ ਵੱਡੀ ਪੋਇਟ, ਇੰਟਰਨੈਸ਼ਨਲ ਲੈਵਲ ਦੀ ਪੋਇਟ ਹੋ ਕੇ ਉਭਰੀ ਹੈ। ਉਹ ਮੇਰੀ ਫਰੈਂਡ ਤੇ ਉਹਨਾਂ ਦੇ ਹਸਬੈਂਡ ਮਨੀ ਮਾਜਰਾ ਤੋਂ ਮੈਕਸ ਹਸਪੀਟਲ ਜਾਂਦੇ ਸੀ। ਲਗਾਤਾਰ 13 ਦਿਨ ਉਹ ਮੇਰੇ ਕੋਲ ਹਸਪੀਟਲ ਆਉਂਦੇ ਰਹੇ, 15 ਚੋਂ 13 ਦਿਨ। ਇੱਕ ਮੇਰੀ ਫਰੈਂਡ ਹੈ ਗੁਲਸ਼ਨ, ਉਹਦੇ ਹਸਬੈਂਡ ਦੀ ਵੀ ਡੈਥ ਹੋ ਚੁੱਕੀ ਹੈ, ਪਰ ਇਹਨਾਂ ਦੀ ਡੈਥ ਤੋਂ ਬਾਅਦ ਘਰ ਸੀਗੇ ਜਦੋਂ ਅਸੀਂ, ਹਰ ਤੀਜੇ ਦਿਨ ਗੁਲਸ਼ਨ ਤੇ ਸੋਨੀ ਉਹਦੇ ਹਸਬੈਂਡ, ਉਹ ਹਮੇਸ਼ਾ ਮੇਰੇ ਘਰ ਆਉਂਦੇ ਰਹੇ 1.5 ਮਹੀਨਾ। ਤੁਸੀਂ ਇੱਕ ਦਿਨ ਜਾਓਗੇ, 2 ਦਿਨ ਜਾਓਗੇ। ਫਿਰ ਮੇਰਾ ਕਲਾਸਮੇਟ ਸੰਜੀਵ आहूजा जी ਦੀ ਡੈਥ ਹੋ ਗਈ। ਉਹਦੀ ਵਾਈਫ, ਉਹਦਾ ਬੇਟਾ, ਉਹ ਸਾਡੇ ਕੋਲੇ 4-5 ਦਿਨ ਉਹ ਜੈਪੁਰ ਤੋਂ ਆ ਕੇ ਰਹਿ ਕੇ ਗਏ। ਹਸਪੀਟਲ 'ਚ ਸ਼ਾਮ ਨੂੰ ਮੇਰੇ ਕੋਲ ਤਾਂਤਾ ਲੱਗ ਜਾਂਦਾ ਸੀ ਮੇਰੇ ਫਰੈਂਡਸ ਦਾ। ਮਤਲਬ ਮੈਂ ਕਿਹਦਾ ਨਾਂ ਲਵਾਂ ਤੇ ਕਿਹਦਾ ਨਾਂ ਲਵਾਂ। ਮੇਰੇ ਜਿਹੜੇ ਮੇਰੇ ਮੇਰੇ ਗੁਆਂਢੀ ਸੀਗੇ, ਉਹ ਸਾਰੇ ਸ਼ਾਮ ਨੂੰ ਆਉਣਾ, ਰਾਤ ਨੂੰ 11 ਵਜੇ ਤੱਕ ਮੇਰੇ ਕੋਲ ਬੈਠੇ ਰਹਿੰਦੇ ਸੀ। ਸਾਡੀ ਰੋਟੀ ਪਾਣੀ ਕਿਸੇ ਚੀਜ਼ ਦਾ ਮੈਨੂੰ ਫਿਕਰ ਨਹੀਂ ਸੀ। ਔਰ ਸਭ ਤੋਂ ਜਿਹੜੀ ਵੱਡੀ ਗੱਲ ਆ ਉਹ ਇਹ ਕਿ ਜਦੋਂ ਮੇਰੇ ਹਸਬੈਂਡ ਦੀ ਡੈਥ ਹੋਈ ਤਾਂ ਮੇਰੀ ਪੜੋਸਨ, ਮੇਰੀ ਦੋਸਤ ਹੈ ਮਨਪ੍ਰੀਤ, ਉਹਨੇ ਮੈਨੂੰ ਫ਼ੋਨ ਕੀਤਾ। ਹਾਲਾਂਕਿ ਉਹਨਾਂ ਨੇ ਉਸ ਦਿਨ ਕਿਸੇ ਡਿਊਟੀ 'ਤੇ ਜਾਣਾ ਸੀ, ਪਰ ਉਹਨਾਂ ਨੇ ਉਹ ਡਿਊਟੀ ਕੈਂਸਲ ਕੀਤੀ ਆਪਣੀ, ਸਾਰਿਆਂ ਦੀ। ਸਾਡੇ ਏਰੀਏ 6-7 ਜਾਣੇ ਸੀ, ਸਿਰਫ ਇੱਕ ਬੰਦੇ ਨੂੰ ਜਾਣਾ ਜ਼ਰੂਰੀ ਸੀ। ਬਾਕੀਆਂ ਦਾ ਉਹਨਾਂ ਨੇ ਕਿਵੇਂ ਐਡਜਸਟਮੈਂਟ ਕੀਤੀ ਮੈਨੂੰ ਨਹੀਂ ਪਤਾ। ਮੈਨੂੰ ਫ਼ੋਨ ਆ ਗਿਆ ਕਿ ਪੰਮੀ, ਤੂੰ ਜੋ ਕੁਛ ਕਰ ਸਕਦੀ ਸੀ ਭਾਜੀ ਲਈ ਉਹ ਤੂੰ ਕਰ ਲਿਆ, ਹੁਣ ਤੂੰ ਸ਼ਾਂਤੀ ਨਾਲ ਬੈਠ, ਹੁਣ ਸਾਡੀ ਵਾਰੀ ਹੈ। ਜਦੋਂ ਅਸੀਂ ਬੋਡੀ ਲੈ ਕੇ ਘਰ ਆਏ, ਮੈਂ ਘਰ ਆ ਗਈ, ਪਹਿਲੋਂ ਮੇਰੇ ਆਉਂਦਿਆਂ ਨੂੰ ਮੇਰੇ ਘਰ ਸਾਰਾ ਇੰਤਜ਼ਾਮ, ਸਾਰੇ ਸੋਫੇ ਬਾਹਰ ਕੱਢੇ ਹੋਏ, ਸਾਰਾ ਕੁਛ। ਮਤਲਬ ਕਿਹਨੇ ਕ੍ਰਿਮੇਸ਼ਨ ਗਰਾਊਂਡ ਅਰੇਂਜਮੈਂਟ ਕੀਤਾ, ਕਿਹਨੇ ਇਹਨਾਂ ਦਾ ਕੁੜਤਾ ਪਜਾਮਾ ਸਵਾਇਆ, ਕਿਹਨੇ ਉਹਨਾਂ ਦੇ ਨਹਾਉਣ ਦਾ ਸਮਾਨ ਲਿਆਂਦਾ, ਕਿੱਥੇ ਖਾਣੇ ਦਾ ਮੈਨੂੰ ਪੁੱਛਿਆ ਉਹਨਾਂ ਨੇ, ਬਸ ਉਹ ਮੈਂ ਉਹਨਾਂ ਜਿੰਨਾ ਮੈਨੂੰ ਪੁੱਛਿਆ ਮੈਂ ਦੱਸਤਾ ਉਹ ਸਾਰਾ। ਮਤਲਬ ਕਿਹਨੇ ਕੀਤਾ ਮੈਨੂੰ ਕੁਛ ਨਹੀਂ ਸੀ ਪਤਾ, ਕੌਣ ਕਿਸੇ ਲਈ ਇੰਨਾ ਕਰਦਾ। ਸੋ ਕੰਧ ਬਣ ਕੇ ਮੇਰੇ ਨਾਲ ਸਾਰੇ ਖੜੇ ਹੋਏ ਸੀ, ਮੇਰੇ 22 ਸੈਕਟਰ ਦੇ ਮੇਰੇ ਫਰੈਂਡਸ। ਫਿਰ ਇਹਨਾਂ ਦੇ ਕ੍ਰਿਮੇਸ਼ਨ ਹੋਣ ਤੋਂ ਬਾਅਦ ਤੀਸਰੇ ਦਿਨ ਫੁੱਲ ਪਾਉਣ ਜਾਣਾ ਸੀ। ਮੈਂ ਸੈਕਿੰਡ ਡੇ ਪੁੱਛਿਆ ਕਿ ਵੀ ਜੋ ਜਿਹਦਾ ਖਰਚਾ ਹੋਇਆ ਮੈਨੂੰ ਦੱਸੋ। ਉਹ ਕਹਿੰਦੇ ਨਹੀਂ, ਸਾਡੇ ਵੀ ਭਾਜੀ ਸੀ। ਪਰ ਮੈਂ ਕਿਹਾ ਨਹੀਂ, ਮੈਂ ਫੁੱਲ ਉਦੋਂ ਪਾ ਕੇ ਆਉਣੇ ਆ ਜਦੋਂ ਉਹਨਾਂ ਦਾ ਆਪਾਂ ਕਰਜ਼ਾ ਚੁਕਾ ਦਿਆਂਗੇ। ਮੈਂ ਕਿਹਾ ਤੁਹਾਡੇ ਭਾਜੀ ਸੀ ਜਦੋਂ ਉਹਨਾਂ ਦੇ ਬੇਟੇ ਦਾ ਵਿਆਹ ਕਰਾਂਗੇ, ਉਦੋਂ ਤੁਸੀਂ ਜੋ ਮਰਜ਼ੀ ਕਰਿਓ, ਪਰ ਅੱਜ ਨਹੀਂ, ਉਹਨਾਂ ਕੋਲੇ ਸਭ ਕੁਝ ਸੀ। ਸੋ ਫਿਰ ਮੈਂ ਸਾਰਾ ਕੁਝ ਕਰਕੇ ਮੈਂ ਉੱਥੇ ਗਈ। ਸੋ ਮੈਨੂੰ ਇਹ ਲੱਗਦਾ ਕਿ ਸਮਾਜ ਵਿੱਚ ਅਗਰ ਤੁਸੀਂ, ਮੈਨੂੰ ਕਦੇ ਲੱਗਦਾ ਹੁੰਦਾ ਕਿ ਮੇਰੇ 'ਚ ਕੋਈ ਕਮੀ ਹੈ, ਸ਼ਾਇਦ ਮੈਂ ਆਪਣੇ ਪਰਿਵਾਰ ਲਈ ਨਹੀਂ, ਮੈਂ ਉਹਨਾਂ ਦੇ ਪੈਰਾਮੀਟਰਸ 'ਤੇ ਖਰੀ ਨਹੀਂ ਉਤਰ ਸਕੀ। ਪਰ ਜਿਹੜੇ ਸਮਾਜ ਹੈ, ਮੇਰਾ ਨਹੀਂ ਖਿਆਲ ਵੀ, ਮੈਨੂੰ ਆਏ ਨਹੀਂ ਹੈਗਾ ਕਿ ਮੈਨੂੰ ਕੋਈ ਬੰਦਾ ਪਿਆਰ ਨਹੀਂ ਕਰਦਾ। ਮੇਰੇ ਸਾਰੇ ਫਰੈਂਡਸ, ਮੇਰਾ ਸਾਰਾ ਪਿੰਡ ਮਹਿਲ ਕਲਾਂ,
ਸਭ ਮੇਰੇ ਨਾਲ ਨੇ, ਸਾਰੇ ਮੈਨੂੰ ਪਿਆਰ ਕਰਦੇ ਆ। ਅੱਜ ਵੀ ਮੇਰੇ ਪਿੰਡ 'ਚ ਨਾ ਹੁਣ ਸਾਡਾ ਘਰ ਹੈ, ਨਾ ਸਾਡਾ ਕੋਈ ਪਰਿਵਾਰ ਦਾ ਉੱਥੇ ਬੰਦਾ ਹੈ, ਫਿਰ ਵੀ ਮੈਂ 10-10 ਦਿਨ ਉੱਥੇ ਰਹਿ ਕੇ ਆਉਂਦੀ ਹਾਂ। ਸੋ ਸਲੂਟ ਹੈ ਮੇਰਾ ਉਹਨਾਂ ਨੂੰ, ਮੇਰੇ ਵੀਰ ਭਾਬੀ ਹੋਰਾਂ ਨੂੰ ਵੀ ਪਿੰਡ। ਤੇ ਬਈ ਮੈਂ ਮਤਲਬ ਇੰਨੇ ਕੁ ਰਿਸ਼ਤੇ ਮੈਂ ਖੱਟੇ ਆ, ਪਰ ਜਿਹੜੇ ਰਿਸ਼ਤੇ ਮੇਰੇ ਮਤਲਬ ਟੁੱਟੇ ਤੇ ਨਹੀਂ, ਪਰ ਕਿਸੇ ਵਧੀਆ ਮੁਕਾਮ ਤੇ ਵੀ ਨਹੀਂ, ਉਹਨਾਂ ਦਾ ਮੈਨੂੰ ਦਰਦ ਜ਼ਰੂਰ ਹੈਗਾ। ਤਾਂ ਹੀ ਕਿਹਾ ਜਾਂਦਾ ਹੈ ਕਿ ਖੂਨ ਦੇ ਰਿਸ਼ਤਿਆਂ ਨਾਲੋਂ ਜਜ਼ਬਾਤਾਂ ਦੇ ਜੋ ਰਿਸ਼ਤੇ ਆ ਉਹ ਬਹੁਤ ਅਹਿਮੀਅਤ ਰੱਖਦੇ ਆ, ਕਿਉਂਕਿ ਜਜ਼ਬਾਤਾਂ ਦੀ ਸਾਂਝ ਕਦੇ ਵੀ ਫਿੱਕੀ ਨਹੀਂ ਪੈਂਦੀ। ਮੈਡਮ, ਇੱਕ ਸਵਾਲ ਮੈਂ ਪੁੱਛਣਾ ਚਾਹਾਂਗੀ, ਸਵਾਲ ਇਸ ਲਈ ਕਿਉਂਕਿ ਕਈ ਲੋਕਾਂ ਦੀ ਅਸੀਂ ਇੰਟਰਵਿਊ ਲੈਂਦੇ ਹਾਂ ਤਾਂ ਉਸ ਦੇ ਵਿੱਚ ਇਹ ਗੱਲ ਜਾਂ ਇਹ ਚਰਚਾ ਹੋ ਜਾਂਦੀ ਹੈ ਕਿ ਜਦੋਂ ਕਿਸੇ ਲੜਕੀ ਦਾ ਹਮਸਫਰ ਉਸ ਨੂੰ ਛੱਡ ਦਿੰਦਾ ਹੈ, ਹਮੇਸ਼ਾ ਲਈ ਅਲਵਿਦਾ ਕਹਿ ਦਿੰਦਾ ਹੈ, ਅਤੇ ਉਸ ਤੋਂ ਬਾਅਦ ਜਦੋਂ ਕੁੜੀ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦੀ ਹੈ, ਖੁਸ਼ ਰਹਿਣਾ ਸ਼ੁਰੂ ਕਰਦੀ ਹੈ, ਥੋੜ੍ਹਾ ਸਜਣਾ ਸਵਰਨਾ ਸ਼ੁਰੂ ਕਰਦੀ ਹੈ, ਅਤੇ ਆਲੋਚਨਾ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਇਸ ਨੂੰ ਤਾਂ ਕੋਈ ਫਰਕ ਹੀ ਨਹੀਂ ਹੈ। ਅਜਿਹਾ ਕੁਝ ਤੁਹਾਡੇ ਨਾਲ ਕਦੇ ਹੋਇਆ ਹੈ? ਸਮਾਜ ਦੀ ਜਾਂ ਕਿਸੇ ਆਪਣੇ ਦੀ ਕੋਈ ਆਲੋਚਨਾ ਸਹਿਣੀ ਪਈ ਹੈ? ਨਹੀਂ, ਇਸ ਤਰ੍ਹਾਂ ਦਾ ਮੈਨੂੰ ਕੋਈ ਮੇਰੇ ਨਾਲ ਕੁਝ ਨਹੀਂ ਹੋਇਆ। ਮੈਂ ਬਲਕਿ ਇਹਨਾਂ ਦੀ ਡੈਥ ਤੋਂ ਬਾਅਦ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਦੀ ਸੀ ਤਾਂ ਮੈਨੂੰ ਆਪਣਾ ਆਪ ਹੀ ਨਹੀਂ ਚੰਗਾ ਲੱਗਦਾ ਸੀ। ਅੱਜ ਵੀ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ, ਮੈਂ ਲਿਪਸਟਿਕ ਵੀ ਲਗਾਈ ਹੈ, ਮੈਂ ਤਿਆਰ ਵੀ ਹੋਈ ਹਾਂ। ਔਰ ਸਭ ਤੋਂ ਪਹਿਲਾਂ ਇਸ ਗੱਲ ਲਈ ਮੈਨੂੰ ਜਿਹੜਾ ਹਿੰਮਤ ਦਿੱਤੀ ਸੀ ਉਹ ਮੇਰੇ ਸਿਸਟਰ ਇਨ ਲਾਅ ਨੇ, ਜਠਾਣੀ ਮੇਰੇ, ਠੀਕ ਹੈ, ਸਤਨਾਮ ਦੀਦੀ। ਉਹ ਮੇਰੇ ਲਈ ਇੱਕ ਸੂਟ ਬਹੁਤ ਸੋਹਣਾ ਲੈ ਕੇ ਆਏ ਸੀ ਰੱਖੜੀ 'ਤੇ। ਹਾਲਾਂਕਿ ਜੂਨ 'ਚ ਇਹਨਾਂ ਦੀ ਡੈਥ ਹੋਈ ਸੀ ਅਤੇ ਅਗਸਤ 'ਚ ਰੱਖੜੀ ਸੀ। ਉਹਦੇ ਉੱਤੇ ਇੱਕ ਲਿਪਸਟਿਕ ਲਗਾ ਕੇ ਲੈ ਕੇ ਆਏ ਸੀਗੇ, ਲਿਪਸਟਿਕ ਰੱਖ ਕੇ ਐਜ਼ ਗਿਫਟ। ਕਿ ਮੈਨੂੰ ਉਹਨਾਂ ਨੇ ਇਹ ਕਿਹਾ ਸੀ, ਦੀਦੀ ਨੇ, ਕਿ ਤੂੰ ਵਧੀਆ ਤਿਆਰ ਹੋਣਾ ਹੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਜਿਵੇਂ ਪ੍ਰੀਤ ਨੂੰ ਚੰਗਾ ਲੱਗਦਾ ਸੀ, ਅਤੇ ਹੁਣ ਤੂੰ ਪਿੱਛੇ ਮੁੜ ਕੇ ਨਹੀਂ ਦੇਖਣਾ। ਅਤੇ ਉਹ ਮੈਨੂੰ ਅੱਜ ਵੀ ਮੇਰੇ ਜਿਹੜੇ ਸਿਸਟਰ ਇਨ ਲਾਅ, ਉਹ ਮੈਨੂੰ ਜਦੋਂ ਵੀ ਮੇਰੇ ਨਾਲ ਗੱਲ ਕਰਦੇ ਆ ਉਹ ਹਮੇਸ਼ਾ ਮੈਨੂੰ ਇਹੀ ਕਹਿੰਦੇ ਆ ਕਿ ਤੂੰ ਬਸ ਅੱਗੇ ਵਧਣਾ, ਤੂੰ ਪਿੱਛੇ ਨਹੀਂ ਮੁੜ ਕੇ ਦੇਖਣਾ। ਸੋ ਜਿਹੜਾ ਪਰਿਵਾਰ ਦਾ ਬੰਦਾ ਤੁਹਾਡੇ ਨਾਲ ਰਿਹਾ, ਤੁਸੀਂ ਉਹਨਾਂ ਨੂੰ ਵੀ ਉਹਨਾਂ ਦੀ ਸਲਾਹਨਾ ਕਰਨੀ ਵੀ ਬਣਦੀ ਹੈ। ਜਿੱਥੋਂ ਤੱਕ ਗੱਲ ਹੈ ਸਮਾਜ ਦੀ, ਉਹਦੇ 'ਚ ਜਿਹੜਾ ਤੁਸੀਂ ਆਪਣਾ ਕੈਰੈਕਟਰ ਹੈ ਉਹ ਤੁਸੀਂ ਖੁਦ ਸਿਰਜਣਾ ਹੁੰਦਾ ਹੈ, ਖੁਦ ਬਣਾਉਣਾ ਹੁੰਦਾ ਹੈ। ਸੋ ਮੈਨੂੰ ਨਹੀਂ ਪਤਾ ਵੀ ਮੈਂ ਉਹ ਕਿਸ ਤਰ੍ਹਾਂ ਸਿਰਜ ਰਹੀ ਹਾਂ, ਕਿਸ ਤਰ੍ਹਾਂ ਬਣਾ ਰਹੀ ਹਾਂ। ਬਾਕੀ ਮੇਰੇ ਪਿੰਡ ਨੇ ਮੈਨੂੰ ਕਦੇ ਕੁਛ ਨਹੀਂ ਕਿਹਾ, ਮੇਰੇ ਦੋਸਤਾਂ ਨੇ ਮੈਨੂੰ ਕਦੇ ਕੁਛ ਨਹੀਂ ਕਿਹਾ, ਮੇਰੇ ਕਲਾਸਮੇਟਸ ਲੜਕੇ ਵੀ ਤਾਂ ਸੀਗੇ, ਪਰ ਮੈਨੂੰ ਅੱਜ ਮੇਰਾ ਤਾਂ ਉਦੋਂ ਨਹੀਂ ਕੋਈ ਫਾਇਦਾ ਚੱਕ ਸਕਿਆ ਜਦੋਂ ਮੈਂ ਇੱਕ ਯੰਗ ਕੁੜੀ ਸੀਗੀ। ਉਦੋਂ ਵੀ ਮੇਰਾ ਮਤਲਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਮੇਰੇ ਯੂਨੀਵਰਸਿਟੀ ਦੇ ਫਰੈਂਡਸ ਅਗਰ ਸੁਣ ਰਹੇ ਹੋਣਗੇ ਤਾਂ ਉਦੋਂ ਵੀ ਇੱਕ ਇਸ ਤਰ੍ਹਾਂ ਦਾ ਦਬਦਬਾ ਸੀਗਾ ਕਿ ਵੀ ਉਦੋਂ ਵੀ ਮੈਨੂੰ ਮੁੰਡੇ ਕੋਈ ਕਿਸੇ ਦੀ ਐਂ ਜ਼ਰੂਰਤ ਨਹੀਂ ਸੀ ਕਿ ਕੋਈ ਤੁਹਾਨੂੰ ਕੁਝ ਕਹਿ ਜਾਏ। ਅਤੇ ਹੁਣ ਅੱਜ ਦੀ ਡੇਟ 'ਚ ਤਾਂ ਮੈਨੂੰ ਕਿਸੇ ਨੇ ਕਹਿਣਾ ਹੀ ਕੀ ਹੈ। ਸੋ ਮੇਰਾ ਆਪਣਾ ਇੱਕ ਹਰ ਬੰਦੇ ਦਾ ਇੱਕ ਔਰਾ ਹੁੰਦਾ, ਸੋ ਉਹਦੇ ਕਰਕੇ ਤੁਹਾਡਾ ਇੱਕ ਉਸ ਤਰ੍ਹਾਂ ਦਾ ਬਣਿਆ ਹੁੰਦਾ ਕਿਰਦਾਰ। ਪਰ ਇਹ ਚੀਜ਼ਾਂ ਨਾ ਕਮਾਉਣੀਆਂ ਪੈਂਦੀਆਂ, ਇਹ ਬਹੁਤ ਔਖੀਆਂ ਨੇ। ਅਤੇ ਕੁੜੀਆਂ ਨੂੰ ਮੇਰਾ ਖਾਸ ਤੌਰ 'ਤੇ ਸੁਨੇਹਾ ਹੈਗਾ ਇਹ ਅੱਜ ਦੇ ਦੌਰ 'ਚ ਕਿ ਇੱਜ਼ਤ ਗਵਾਉਣ ਨੂੰ ਤਾਂ 1 ਮਿੰਟ ਲੱਗਦਾ, 1 ਸੈਕਿੰਡ ਵੀ ਨਹੀਂ ਲੱਗਦਾ, ਪਰ ਜਿਹੜੀ ਇੱਜ਼ਤ ਕਮਾਉਣੀ ਆ ਉਹ ਬਹੁਤ ਔਖੀ ਆ। ਇੱਜ਼ਤ ਦਾ ਘਰ ਬਹੁਤ ਦੂਰ ਆ। ਸੋ ਜੇ ਇੱਜ਼ਤਾਂ ਕਮਾਓਗੇ ਤਾਂ ਦੁਨੀਆ ਤੁਹਾਡੇ ਪੈਰਾਂ 'ਚ ਹੱਥ ਵਿੱਚ ਆਏਗੀ। ਤੇ ਬਾਕੀ ਤੁਸੀਂ ਸਭ ਸਿਆਣੇ ਹੋ ਜੀ। ਬਹੁਤ ਖੂਬ, ਬਹੁਤ ਵਧੀਆ ਇੱਕ ਮੈਸੇਜ ਦਿੱਤਾ ਹੈ ਮੈਡਮ ਨੇ ਕਿ ਇੱਜ਼ਤ ਵਾਕਈ ਹੀ ਕਮਾਉਣੀ ਪੈਂਦੀ ਹੈ। ਅਤੇ ਇੱਜ਼ਤ ਕਮਾਉਣ ਦੇ ਲਈ ਬਹੁਤ ਸਾਰੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਵਿੱਚ ਪੇਸ਼ੈਂਸ, ਡਿਸਿਪਲਨ ਅਤੇ ਹੋਰ ਬਹੁਤ ਸਾਰੇ ਗੁਣ ਹੋਣੇ ਬਹੁਤ ਜ਼ਰੂਰੀ ਆ। ਤਾਂ ਹੀ ਅਸੀਂ ਆਪਣੇ ਕਿਰਦਾਰ ਨੂੰ ਦੂਜਿਆਂ ਦੇ ਸਾਹਮਣੇ ਆਪਣੇ ਤਰੀਕੇ ਦੇ ਨਾਲ ਪੇਸ਼ ਕਰ ਸਕਦੇ ਹਾਂ। ਮੈਡਮ, ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦਾ ਮਲਾਲ ਹੈ? ਮਲਾਲ ਜੇ ਕਰਦੇ ਰਹਾਂਗੇ ਤਾਂ ਜ਼ਿੰਦਗੀ 'ਚ ਕੁਛ ਨਹੀਂ ਕਰ ਸਕਦੇ, ਫਿਰ ਮਲਾਲ ਹੀ ਕਰਦੇ ਰਹਾਂਗੇ। ਠੀਕ ਹੈ, ਮੈਨੂੰ ਤਾਂ ਬੜਾ ਮਾਣ ਹੈ ਕਿ ਵੀ ਮੈਂ ਇੱਕ ਛੋਟਾ ਤਾਂ ਨਹੀਂ, ਮੇਰਾ ਪਿੰਡ ਬਹੁਤ ਵੱਡਾ, ਪਰ ਫਿਰ ਵੀ ਇੱਕ ਰਿਮੋਟ, ਜਿਵੇਂ ਕਹਿ ਲਓ ਸਾਡੇ ਬਰਨਾਲਾ ਏਰੀਆ ਨੂੰ ਉਦੋਂ ਪਛੜਿਆ ਹੋਇਆ ਏਰੀਆ ਹੀ ਸਮਝਿਆ ਜਾਂਦਾ ਸੀ, ਉੱਥੋਂ ਉੱਠ ਕੇ ਅਗਰ ਮੈਂ ਇੱਥੇ ਤੱਕ ਪਹੁੰਚੀ ਹਾਂ। ਠੀਕ ਹੈ, ਬਾਕੀ ਜ਼ਿੰਦਗੀ 'ਚ ਬੜੀਆਂ ਚੀਜ਼ਾਂ ਹੁੰਦੀਆਂ, ਮਾਂ-ਬਾਪ ਨਾਲ ਵੀ ਤੁਹਾਡੀ ਰਿਲੇਸ਼ਨਸ਼ਿਪ ਜਾਂ ਹੋਰ ਚੀਜ਼ਾਂ, ਕਿਤੇ ਤੁਹਾਨੂੰ ਕੋਈ ਚੀਜ਼ਾਂ ਨਹੀਂ ਵੀ ਚੰਗੀਆਂ ਲੱਗਦੀਆਂ,
ਪਰ ਸਾਰਾ ਕੁਝ ਜ਼ਿੰਦਗੀ 'ਚ ਕਦੇ ਕਿਸੇ ਨੂੰ ਨਹੀਂ ਮਿਲਦਾ ਜੀ। ਠੀਕ ਹੈ, ਇਸ ਕਰਕੇ ਜਿਹੜਾ ਕੁਝ ਸਾਡੇ ਕੋਲੇ ਹੈਗਾ ਸਾਨੂੰ ਉਹਦੇ 'ਚ ਖੁਸ਼ ਰਹਿਣਾ ਸਿੱਖਣਾ ਚਾਹੀਦਾ ਹੈ। ਤੇ ਮੈਂ ਆਪਣੇ ਬੇਟੇ ਨੂੰ ਵੀ ਇਹੀ ਸਿਖਾਉਂਦੀ ਹੁੰਦੀ ਹਾਂ ਕਿ ਪੁੱਤਰ ਸਵੇਰੇ ਉੱਠ ਕੇ ਨਾ ਰੱਬ ਦਾ ਸ਼ੁਕਰਾਨਾ ਕਰਿਆ ਕਰੋ ਕਿ ਹੇ ਪ੍ਰਮਾਤਮਾ ਸਾਨੂੰ ਤੂੰ ਆ ਸਵੇਰ ਦਿੱਤੀ ਹੈ, ਬਿਲਕੁਲ, ਸਾਨੂੰ ਤੰਦਰੁਸਤੀ ਬਖਸ਼ੀ ਹੈ, ਸਾਨੂੰ ਸਾਰੇ ਅੰਗ ਪੈਰ ਪੂਰੇ ਦਿੱਤੇ ਹੋਏ ਆ, ਸਾਡੇ ਕੋਲ ਰਹਿਣ ਲਈ ਘਰ ਹੈਗਾ, ਖਾਣ ਲਈ ਰੋਟੀ ਹੈਗੀ ਆ, ਜਿੰਨੀਆਂ ਥੋੜੀਆਂ ਬਹੁਤੀਆਂ ਸੁੱਖ ਸੁਵਿਧਾਵਾਂ ਚਾਹੀਦੀਆਂ ਉਹ ਹੈਗੀਆਂ। ਤੇ ਇਸ ਤੋਂ ਵੱਧ ਬੰਦੇ ਨੂੰ ਕੀ ਚਾਹੀਦਾ? ਮੈਨੂੰ ਕਰੋੜਾਂ ਅਰਬਾਂ ਰੁਪਈਆ ਨਹੀਂ ਚਾਹੀਦਾ, ਮੈਂ ਅੰਬਾਨੀ ਅਡਾਨੀ ਨਹੀਂ ਬਣਨਾ। ਠੀਕ ਹੈ, ਅਸੀਂ ਜਿੱਥੇ ਹੈਗੇ ਆ, ਮੈਂ ਆਪਣੀ ਜ਼ਿੰਦਗੀ 'ਚ ਬਹੁਤ ਮਤਲਬ ਖੁਸ਼ ਹਾਂ ਤੇ ਬਹੁਤ ਸੰਤੁਸ਼ਟ ਹਾਂ। ਪਰ ਇਹ ਨਹੀਂ ਹੈਗਾ ਕਿ ਤੁਸੀਂ ਸੰਤੁਸ਼ਟ ਨੂੰ ਇਹ ਨਾ ਸਮਝ ਲਿਓ ਕਿ ਅੱਗੇ ਵਧਣ ਦੀ ਚਾਹ ਨਹੀਂ ਹੈਗੀ। ਅੱਗੇ ਵਧਣ ਦੀ ਚਾਹ ਹੈਗੀ ਹੈ, ਪਰ ਉਹ ਇਹ ਵੀ ਨਹੀਂ ਕਿ ਮੈਨੂੰ ਉਹਦਾ ਕੋਈ ਮਲਾਲ ਹੈ ਕਿ ਮੈਂ ਅੱਗੇ ਨਹੀਂ ਵਧ ਰਹੀ। ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਜਿੰਨਾ ਚਿਰ ਜ਼ਿੰਦਗੀ ਜਿਊਂਗੀ ਮੈਂ ਉਹਨਾਂ ਚਿਰ ਕੁਛ ਨਾ ਕੁਛ ਵਧੀਆ ਕਰਦੀ ਰਹੂੰਗੀ, ਇਹ ਵਧੀਆ ਕਰਨ ਦੀ ਕੋਸ਼ਿਸ਼ ਵੀ ਕਰਦੀ ਰਹੂੰਗੀ। ਤੇ ਜੇ ਮੈਂ ਕੋਸ਼ਿਸ਼ ਕਰਾਂਗੀ ਤੇ ਮੈਨੂੰ ਕਾਮਯਾਬੀ ਵੀ ਜ਼ਰੂਰ ਹਾਸਲ ਹੋਏਗੀ। ਮੈਂ ਇਸ ਗੱਲ ਲਈ 100% ਮਤਲਬ ਮੈਨੂੰ ਭਰੋਸਾ ਹੈਗਾ। ਦੂਸਰਾ ਭਰੋਸਾ ਰੱਬ ਤੇ ਹੈ ਕਿ ਰੱਬ ਤੇ ਭਰੋਸਾ ਰੱਖੋ। ਬਾਕੀ ਜ਼ਿੰਦਗੀ 'ਚ ਬਹੁਤ ਵਾਰੀ ਐਵੇਂ ਵੀ ਹੁੰਦਾ ਕਿ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਕੋਈ ਚੀਜ਼ ਪਾਉਣ ਲਈ, ਪਰ ਉਹ ਤੁਹਾਨੂੰ ਨਹੀਂ ਮਿਲਦੀ। ਤੇ ਕਈ ਵਾਰੀ ਕੋਈ ਐਸੀ ਚੀਜ਼ ਵੀ ਹੁੰਦੀ ਹੈ ਕਿ ਤੁਸੀਂ ਆਰਾਮ ਨਾਲ ਘਰੇ ਬੈਠੇ ਹੁੰਦੇ ਹੋ ਤੇ ਝੋਲੀ 'ਚ ਤੁਹਾਡੇ ਆ ਡਿੱਗਦੀ ਹੈ। ਸੋ ਮੇਰੇ ਨਾਲ ਇਸ ਤਰ੍ਹਾਂ ਬਹੁਤ ਵਾਰੀ ਹੋਇਆ। ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੈਗੀਆਂ ਜ਼ਿੰਦਗੀ 'ਚ। ਜ਼ਿੰਦਗੀ ਬਹੁਤ ਖੂਬਸੂਰਤ ਹੈ, ਇਹਨੂੰ ਮਾਣੋ ਜਿੰਨਾ ਮਾਣ ਸਕਦੇ ਹੋ, ਇੰਜੋਏ ਕਰੋ, ਲੋਕਾਂ ਦੇ ਕੰਮ ਆਵੋ, ਹਾਸੇ ਵੰਡੋ ਤੇ ਖੁਸ਼ ਰਹੋ। ਦੋਸਤੋ, ਮੈਡਮ ਨੂੰ ਇੱਕ ਵਧੀਆ ਅਦਾਕਾਰਾ ਵਜੋਂ ਹਰ ਕੋਈ ਜਾਣਦਾ ਹੈ ਤੇ ਮੈਡਮ ਦੇ ਅੱਜ ਅਸੀਂ ਉਹਨਾਂ ਪਲਾਂ ਦੇ ਉੱਤੇ ਚਰਚਾ ਕੀਤੀ ਹੈ ਜੋ ਪਲ ਉਹਨਾਂ ਦੇ ਬੇਹੱਦ ਹੀ ਨਿਜਤਾ ਵਾਲੇ ਨੇ, ਬੇਹੱਦ ਹੀ ਭਾਵੁਕ ਨੇ। ਤੇ ਇਹ ਸਾਰੀ ਚਰਚਾ ਤੋਂ ਬਾਅਦ ਇੱਕੋ ਹੀ ਗੱਲ ਬਾਰ-ਬਾਰ ਮੈਨੂੰ ਮਹਿਸੂਸ ਹੋ ਰਹੀ ਹੈ ਕਿ ਮੈਡਮ ਜ਼ਿੰਦਾ ਦਿਲੀ ਦਾ ਦੂਜਾ ਨਾਂ ਹੈ। ਜੇਕਰ ਅਸੀਂ ਜ਼ਿੰਦਾ ਦਿਲੀ ਦੀ ਮਿਸਾਲ ਦੇਣੀ ਹੋਵੇ ਤਾਂ ਮੈਡਮ ਪੰਮੀ ਸਿੱਧੂ ਦਾ ਨਾਮ ਅਸੀਂ ਦੇ ਸਕਦੇ ਹਾਂ, ਕਿਉਂਕਿ ਖੁਸ਼ ਕਿਵੇਂ ਰਹਿਣਾ ਹੈ, ਜ਼ਿੰਦਗੀ ਕਿਵੇਂ ਜਿਉਣੀ ਹੈ, ਜਜ਼ਬੇ ਦੇ ਨਾਲ, ਹਿੰਮਤ ਦੇ ਨਾਲ ਹਰ ਇੱਕ ਮੁਸੀਬਤ ਦਾ ਸਾਹਮਣਾ ਕਿਵੇਂ ਕਰਨਾ ਹੈ ਤੇ ਆਪਣੇ ਕਿਰਦਾਰ ਨੂੰ ਖੁਦ ਕਿਵੇਂ ਬਣਾਉਣਾ ਹੈ, ਇਹ ਸਾਰੀਆਂ ਚੀਜ਼ਾਂ ਅੱਜ ਅਸੀਂ ਸਿੱਖ ਕੇ ਜਾ ਰਹੇ ਹਾਂ। ਮੈਡਮ, ਤੁਹਾਡੇ ਤੋਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? बस फिर एक ही गल कहनी है कि ज़िंदगी जिंदा दिली का नाम है, मुर्दा दिल का खाक जिया करते हैं। सो मतलब ज़िंदगी जियो, खुल के जियो, किसी चीज़ का मलाल ना रखो ते अपना मतलब पर एक किरदार बना के रखो। ठीक है, दब के भी ना रहो ते किसी को दबा के भी ना रखो। ना डरना ते ना डराउना ते खुश रहना, हासे वंडो। निक्कियां निक्कियां गल्लां चों ना हासे निकलदे आ, बहुत छोटियां छोटियां चीज़ां चों हासे निकलदे आ। कई वारी बैठे बैठे ही तुहाडीआं गल्लां चों बड़े हासे निकलदे ने। हासे लभो, ये ना लभो कि ਇਹਦੇ 'ਚ मतलब तकलीफ वाली गल ना लभो कि किवें की हो सकदा, इन्हें की कहता। जिन्हें कहता बेशक छड्ड दिओ जी, पर अपनी जिंदगी नूं दुखी ना करो। मैनूं हुण ये समझ आई है, पहला मैं बहुत कोशिश करती रही कि नहीं इनू मैं आ चीज़ बचा के रखा, आ चीज़ बचा के रखा। मेरे रिश्ते गुम नहीं होए, मेरा किसी नाल कोई रिश्ते च बोल बला किसी नाल नहीं होया। कोई चंगा माड़ा ना मैनू बोलिया ना मैं असी बोलिया। पर एक ये जरूर हैगा कि पता कि दिलों च दरार हैगी आ, पर उन्होंने उत्थे छड्ड दिओ। कोई आउंदा करे ते जी आया नूं जी, ठीक है। सो ये चीज़ां ने, अगर ये चीज़ां रखोगे कि जी आया नूं ते उन्हां नाल वापस फिर वो गल भी ना करो कि की होया, क्यों होया ते कीकण होया, खप खप मरे सियाणे। ठीक है, सो असीं उन्हां पिछे नहीं जाना। खुश रहो, जिंदगी जिंदाबाद।
ਵਾਕਈ ਹੀ ਦੋਸਤੋ, ਜ਼ਿੰਦਗੀ ਨੂੰ ਜ਼ਿੰਦਾ ਦਿਲੀ ਦੇ ਨਾਲ ਜਿਉਂਦੇ ਰਹੋ। ਹਰ ਇੱਕ ਸਿਚੁਏਸ਼ਨ, ਹਰ ਇੱਕ ਸਥਿਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹੋ। ਤੇ ਮੈਡਮ ਦੀ ਇਸ ਇੰਟਰਵਿਊ ਤੋਂ ਅਸੀਂ ਮੈਡਮ ਨੂੰ ਸਲਾਮ ਵੀ ਕਰਦੇ ਹਾਂ। ਮੈਡਮ ਦੀ ਹਿੰਮਤ ਨੂੰ, ਮੈਡਮ ਦੀ ਜੋ ਮੁਸਕਰਾਹਟ ਹੈ, ਮੈਂ ਚਾਹੁੰਦੀ ਹਾਂ ਹਮੇਸ਼ਾ ਹੀ ਬਰਕਰਾਰ ਰਹੇ। ਤੇ ਇਸੇ ਹੀ ਆਸ ਦੇ ਨਾਲ ਕਿ ਤੁਸੀਂ ਵੀ ਸਾਰੇ ਹਮੇਸ਼ਾ ਹੀ ਖੁਸ਼ ਰਹੋਗੇ। ਮੈਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ। ਧੰਨਵਾਦ।